ਰੋਜ਼ਾਨਾ ਲੋਕਨਾਥ ਟੀਵੀ ਦਾ ਸਪੈਸ਼ਲ ਪ੍ਰੋਗਰਾਮ ਖਬਰ ਸਵੇਰ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਲਖਵਿੰਦਰ ਸਿੰਘ ਮਾਨ ਲੈ ਕੇ ਹਾਜ਼ਰ ਹਾਂ ਪੰਜਾਬ ਦੀ ਰਾਜਨੀਤੀ ਦੀਆਂ ਕੁਝ ਵੱਡੀਆਂ ਤੇ ਅਹਿਮ ਖਬਰਾਂ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਸ਼ੁਰੂਆਤ ਕਰਾਂਗੇ ਨਵਜੋਤ ਸਿੰਘ ਸਿੱਧੂ ਦੀ ਖਬਰ ਦੇ ਨਾਲ। ਨਵਜੋਤ ਸਿੰਘ ਸਿੱਧੂ ਜਿਹੜੇ ਕਿ ਪਿਛਲੇ 2 ਦਿਨਾਂ ਤੋਂ ਪਟਿਆਲਾ ਦੀ ਜੇਲ੍ਹ ਦੇ ਵਿੱਚ ਬੰਦ ਨੇ ਤੇ ਉਹਨਾਂ ਦੇ ਵੱਲੋਂ ਇੱਕ ਅਪੀਲ ਦਾਇਰ ਕੀਤੀ ਗਈ ਸੀ ਕੱਲ ਕੋਰਟ ਦੇ ਵਿੱਚ, ਜਿਸ ਦੇ ਉੱਪਰ ਇੱਕ ਵੱਡਾ ਫੈਸਲਾ ਆਇਆ, ਵੱਡੀ ਰਾਹਤ ਦਿੱਤੀ ਗਈ ਨਵਜੋਤ ਸਿੰਘ ਸਿੱਧੂ ਨੂੰ। ਕਿਹੜੀ ਅਪੀਲ ਦੀ ਗੱਲ ਕਰ ਰਹੇ ਤੇ ਕਿਸ ਤਰ੍ਹਾਂ ਦੀ ਰਾਹਤ ਮਿਲੀ ਹੈ ਨਵਜੋਤ ਸਿੰਘ ਸਿੱਧੂ ਨੂੰ, ਉਸ ਬਾਰੇ ਗੱਲਬਾਤ ਕਰਾਂਗੇ ਸਾਬਕਾ ਮੁੱਖ ਮੰਤਰੀ ਦੀ, ਜਿਹੜੇ ਕਿ ਹੁਣ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਜਾਣਗੇ। 26 ਤਰੀਕ ਨੂੰ ਉਹਨਾਂ ਨੂੰ ਸਜ਼ਾ ਬੋਲ ਦਿੱਤੀ ਜਾਏਗੀ। ਆਖਰ ਕਿਹੜੇ ਮੁੱਖ ਮੰਤਰੀ ਦੀ, ਸਾਬਕਾ ਮੁੱਖ ਮੰਤਰੀ ਦੀ ਗੱਲ ਕਰ ਰਿਹਾ ਤੇ ਕਿਸ ਮਾਮਲੇ ਦੇ ਵਿੱਚ ਉਹਨਾਂ ਨੂੰ ਦੋਸ਼ੀ ਠਹਿਰਾਇਆ ਗਿਆ, ਇਸ ਬਾਰੇ ਵਿਸਥਾਰ ਦੇ ਨਾਲ ਗੱਲਬਾਤ ਕਰਾਂਗੇ। ਤੇ ਨਾਲ ਹੀ ਨਾਲ ਗੱਲਬਾਤ ਕਰਾਂਗੇ ਰਾਜਾ ਵੜਿੰਗ ਦੀ, ਉਹਨਾਂ ਦੀ ਚੁੱਪੀ ਦੀ, ਕਿਉਂਕਿ ਇੱਕ ਅਹਿਮ ਮਸਲੇ ਦੇ ਉੱਪਰ, ਅਨੁਸ਼ਾਸਨਹੀਨਤਾ ਦੇ ਇੱਕ ਅਹਿਮ ਮਸਲੇ ਦੇ ਉੱਪਰ ਉਹਨਾਂ ਨੇ ਚੁੱਪੀ ਧਾਰ ਲਈ ਹੈ। ਆਖਿਰ ਇਸ ਚੁੱਪੀ ਦਾ ਕਾਰਨ ਕੀ ਹੈ, ਕਿਸ ਮਾਮਲੇ ਦੀ ਗੱਲ ਕਰ ਰਹੇ ਹਾਂ ਤੇ ਕਿਹੜੀ ਚੁੱਪੀ ਦੀ ਗੱਲ ਕੀਤੀ ਜਾ ਰਹੀ ਹੈ, ਇਸ ਬਾਰੇ ਵਿਸਥਾਰ ਦੇ ਨਾਲ ਗੱਲਬਾਤ ਕਰਾਂਗੇ। ਤੇ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਜੁੜੇ ਹੋਏ ਨੇ ਪ੍ਰੋਫੈਸਰ ਮਨਜੀਤ ਅਣਖੀ ਜੀ। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਅਣਖੀ ਜੀ, ਸਵਾਗਤ ਹੈ ਜੀ ਖਬਰ ਸਵੇਰ ਦੇ ਵਿੱਚ। ਬਹੁਤ ਬਹੁਤ ਸ਼ੁਕਰੀਆ ਜੀ। ਸੋ ਅਣਖੀ ਸਰ, ਸ਼ੁਰੂਆਤ ਕਰੀਏ ਆਪਾਂ ਨਵਜੋਤ ਸਿੰਘ ਸਿੱਧੂ ਦੀ ਖਬਰ ਦੇ ਨਾਲ ਅੱਜ ਦੀ ਇਸ ਪ੍ਰੋਗਰਾਮ ਦਾ। ਨਵਜੋਤ ਸਿੰਘ ਸਿੱਧੂ ਕੀ ਜਿਹੜੇ ਪਿਛਲੇ 2 ਦਿਨ ਤੋਂ ਪਟਿਆਲਾ ਦੀ ਕੇਂਦਰੀ ਜੇਲ੍ਹ ਦੇ ਵਿੱਚ ਬੰਦ ਨੇ। ਸੋ ਜਿੱਥੇ ਕਿ ਖਬਰਾਂ ਇਹ ਨੇ ਕਿ ਉਹਨਾਂ ਨੇ ਹੁਣ ਤੱਕ ਆਪਣੀ ਬਿਮਾਰੀ ਦੇ ਚਲਦਿਆਂ, ਕਿਉਂਕਿ ਲੀਵਰ ਦੀ ਪ੍ਰੋਬਲਮ ਉਹਨਾਂ ਨੂੰ, ਉਹਦੇ ਕਰਕੇ ਖਾਣਾ ਨਹੀਂ ਖਾਧਾ, ਜਿਸ ਲਈ ਉਹ ਲਗਾਤਾਰ ਡਾਈਟ ਪਲਾਨ ਦੀ ਮੰਗ ਕਰਦੇ ਹੋਏ ਨਜ਼ਰ ਆ ਰਹੇ ਸੀ। ਸੋ ਕਿਵੇਂ ਦੇਖ ਰਹੇ ਹੋ, ਕੱਲ ਇੱਕ ਅਹਿਮ ਫੈਸਲਾ ਕੋਰਟ ਵੱਲੋਂ ਸੁਣਾਇਆ ਗਿਆ ਤੇ ਸੋਮਵਾਰ ਤੱਕ ਇਸ ਫੈਸਲੇ ਨੂੰ ਲਾਗੂ ਕਰਨ ਲਈ ਹਦਾਇਤ ਵੀ ਕੀਤੀ ਗਿਆ ਮੈਡੀਕਲ ਸੁਪਰਡੈਂਟ ਨੂੰ। ਕਿਵੇਂ ਦੇਖ ਰਹੇ ਹੋ ਪੂਰੇ ਮਾਮਲੇ ਨੂੰ? ਦੇਖੋ, ਨਵਜੋਤ ਸਿੰਘ ਸਿੱਧੂ ਨੂੰ ਜਿਸ ਤਰੀਕੇ ਦੇ ਨਾਲ ਕੁਝ ਪ੍ਰੋਬਲਮਸ ਹਨ ਸਿਹਤ ਦੇ ਸੰਬੰਧੀ ਜੀ, ਜਿਸ ਤਰ੍ਹਾਂ ਵੀਟ ਐਲਰਜੀ ਹੈ, ਉਹਨਾਂ ਨੂੰ ਐਲਰਜੀ ਹੈ ਕਿ ਉਹ ਕਣਕ ਦੀ ਰੋਟੀ ਜਿਹੜੀ ਆ ਉਹ ਨਹੀਂ ਖਾ ਸਕਦੇ, ਔਰ ਇਸ ਤੋਂ ਇਲਾਵਾ ਫਲ ਫਰੂਟ ਹੀ ਉਹ ਖਾਂਦੇ ਰਹੇ ਨੇ। ਪਰ ਜਦੋਂ ਦੇ ਉਹ ਜੇਲ੍ਹ ਦੇ ਵਿੱਚ ਗਏ ਨੇ ਤਾਂ ਜੇਲ੍ਹ ਦੇ ਵਿੱਚ ਕਿਸੇ ਵੀ ਕੈਦੀ ਵਾਸਤੇ ਕੋਈ ਵੀ ਵਿਸ਼ੇਸ਼ ਜਿਹੜੀ ਆ ਸਹੂਲਤ ਨਹੀਂ ਹੁੰਦੀ, ਤਾਂ ਉਸ ਨੂੰ ਬਾਕੀ ਕੈਦੀਆਂ ਦੀ ਤਰ੍ਹਾਂ ਹੀ ਰਹਿਣਾ ਪੈਂਦਾ ਆ। ਪਰ ਬਾਕੀ ਫਿਰ ਵੀ ਜਿਹੜਾ ਸੰਵਿਧਾਨ ਆ ਉਹ ਹਰ ਬੰਦੇ ਨੂੰ ਹੱਕ ਦਿੰਦਾ ਕਿ ਉਹ ਬੁਨਿਆਦੀ ਜੋ ਉਸ ਨੂੰ ਸਿਹਤ ਸੰਬੰਧੀ ਜਾਂ ਹੋਰ ਜਿਹੜੀਆਂ ਸੇਵਾਵਾਂ ਚਾਹੀਦੀਆਂ ਨੇ ਉਸ ਨੂੰ ਪ੍ਰਸ਼ਾਸਨ ਦੇਣ ਵਾਸਤੇ ਪ੍ਰਤੀਬੱਧ ਹੈ। ਤਾਂ ਉਸੇ ਸੰਬੰਧ ਦੇ ਵਿੱਚ ਹੀ ਜਿਹੜੀ ਨਵਜੋਤ ਸਿੱਧੂ ਦੀ ਲੀਗਲ ਟੀਮ ਹੈ ਉਹਨਾਂ ਵੱਲੋਂ ਮਾਨਯੋਗ ਕੋਰਟ ਦੇ ਵਿੱਚ ਇਹ ਅਰਜ਼ੀ ਦਿੱਤੀ ਗਈ ਸੀ ਕਿ ਨਵਜੋਤ ਸਿੱਧੂ ਨੇ ਅਜੇ ਤੱਕ ਜਾ ਕੇ 2 ਦਿਨ ਹੋ ਚਲੇ ਨੇ, ਅੱਜ ਦੂਸਰਾ ਦਿਨ ਉਹਨਾਂ ਦੀ ਰੋਟੀ ਜਿਹੜੀ ਆ ਉਹ ਨਹੀਂ ਖਾਧੀ, ਤੇ ਜਿਹਦੇ ਨਾਲ ਉਹਨਾਂ ਦੀ ਸਿਹਤ ਦੇ ਵਿੱਚ ਜਿਹੜਾ ਵਿਗਾੜ ਆ ਉਹ ਪੈ ਸਕਦਾ, ਖੂਨ ਉਹਨਾਂ ਦਾ ਗਾੜਾ ਹੋ ਸਕਦਾ, ਕਿਉਂਕਿ ਅੱਗੇ ਵੀ ਉਹਨਾਂ ਨੂੰ ਜਿਹੜਾ ਇੱਕ ਸਟ੍ਰੋਕ ਜਿਹੜਾ ਉਹ ਆ ਚੁੱਕਾ ਆ। ਕਲੌਟਸ ਜਿਹੜਾ ਪਿੱਛੇ ਜੇ ਯਾਦ ਹੋਏਗਾ ਤੁਹਾਨੂੰ, ਉਹਨਾਂ ਨੂੰ ਆਇਆ ਸੀ। ਤਾਂ ਜਿਹੜਾ ਖੂਨ ਕੈਸਟਰੋਲ ਵਧਣਾ ਜਾਂ ਇਹੋ ਜਿਹੀਆਂ ਪ੍ਰੋਬਲਮਸ ਦੇ ਨਾਲ ਉਹ ਜੂਝਦੇ ਪਏ ਨੇ, ਤਾਂ ਉਹ ਡਾਈਟ ਪਲਾਨ ਜਿਹੜਾ ਸੀ ਉਹ ਜਿਹੜਾ ਵਕੀਲਾਂ ਵੱਲੋਂ ਇਹ ਦਿੱਤਾ ਗਿਆ ਅਦਾਲਤ ਦੇ ਵਿੱਚ, ਤਾਂ ਅਦਾਲਤ, ਮਾਨਯੋਗ ਅਦਾਲਤ ਨੇ ਉਸ ਨੂੰ ਸਵੀਕਾਰ ਕਰਦੇ ਹੋਏ ਹਰੀ ਝੰਡੀ ਦਿੰਦਿਆਂ ਹੋਇਆ ਉਹ ਮੈਡੀਕਲ ਸੁਪਰਡੈਂਟ ਜਿਹੜੇ ਜੇਲ੍ਹ ਦੇ ਉਹਨਾਂ ਨੂੰ ਸੋਮਵਾਰ ਤੱਕ ਉਹਦੇ ਸੰਬੰਧੀ ਰਿਪੋਰਟ ਪੇਸ਼ ਕਰਨ ਨੂੰ ਕਿਹਾ ਗਿਆ ਕਿ ਇਹਦੇ ਸੰਬੰਧੀ ਤੁਹਾਡਾ ਕੀ ਪੱਖ ਹੈ, ਤੁਸੀਂ ਇਹਦੇ ਸੰਬੰਧੀ ਕਿਹੜੀਆਂ ਜਿਹੜੀਆਂ ਦਵਾਈਆਂ ਜਾਂ ਜੋ ਡਾਈਟ ਪਲਾਨ ਹੈ ਉਹਨਾਂ ਦਾ, ਉਸ ਦੇ ਅਨੁਸਾਰ ਤੁਸੀਂ ਕਿਸ ਹੱਦ ਤੱਕ ਤੁਸੀਂ ਆਪਣੀਆਂ ਸੇਵਾਵਾਂ ਜਿਹੜੀਆਂ ਦੇ ਸਕਦੇ ਜੀ। ਕਿਉਂਕਿ ਜੇਲ੍ਹ ਦੇ ਵਿੱਚ ਜਿਹੜੀ ਟੋਟਲ ਜ਼ਿੰਮੇਵਾਰੀ ਹੁੰਦੀ ਆ ਕਿਸੇ ਵੀ ਕੈਦੀ ਦੀ, ਚਾਹੇ ਉਹ ਸਿਹਤ ਦੇ ਪ੍ਰਤੀ ਹੋਵੇ, ਚਾਹੇ ਉਹ ਸੁਰੱਖਿਆ ਦੇ ਪ੍ਰਤੀ ਹੋਵੇ, ਉਹ ਸਾਰੀ ਜ਼ਿੰਮੇਵਾਰੀ ਜਿਹੜੀ ਆ ਉਹ ਜੇਲ੍ਹ ਪ੍ਰਸ਼ਾਸਨ ਦੀ ਹੁੰਦੀ ਆ। ਤਾਂ ਜਦੋਂ ਕੋਈ ਵਿਅਕਤੀ ਜੇਲ੍ਹ 'ਚ ਚਲੇ ਜਾਂਦਾ ਤਾਂ ਬਾਹਰ ਦੀ ਦੁਨੀਆ ਨਾਲ ਉਸਦਾ ਪੂਰਨ ਤੌਰ ਤੇ ਨਾਤਾ ਜਿਹੜਾ ਕੱਟਿਆ ਹੁੰਦਾ, ਤਾਂ ਉਸਦੀ ਸੁਰੱਖਿਆ, ਉਸਦੀ ਸਿਹਤ ਜਾਂ ਉਸਨੂੰ ਹੋਰ ਜਿਹੜੀਆਂ ਸੇਵਾਵਾਂ ਚਾਹੀਦੀਆਂ ਨੇ, ਬੁਨਿਆਦੀ ਸਹੂਲਤਾਂ ਜਿਹੜਾ ਭਾਰਤੀ ਸੰਵਿਧਾਨ ਕਿਸੇ ਵੀ ਨਾਗਰਿਕ ਨੂੰ ਦਿੰਦਾ, ਤਾਂ ਉਸਦੀ ਜ਼ਿੰਮੇਵਾਰੀ ਜਿਹੜੀ ਆ ਉਹ ਜੇਲ੍ਹ ਪ੍ਰਸ਼ਾਸਨ ਦੀ ਹੁੰਦੀ ਹੈ। ਸੋ ਜੇਲ੍ਹ ਪ੍ਰਸ਼ਾਸਨ ਇਸ ਸੰਬੰਧੀ ਪੂਰਨ ਤੌਰ ਤੇ ਹੁਣ ਸੁਚੇਤ ਆ ਕਿ ਜੇਕਰ ਇੱਕ ਵਿਅਕਤੀ 2 ਦਿਨ ਆਣ ਕੇ ਜੇਲ੍ਹ ਦੇ ਵਿੱਚ ਰੋਟੀ ਨਹੀਂ ਖਾ ਰਿਹਾ ਤਾਂ ਕੁਦਰਤੀ ਤੌਰ ਤੇ ਉਸਦੀ ਸਥਿਤੀ ਜਿਹੜੀ ਆ ਉਹ ਵਿਗੜੇਗੀ ਸਿਹਤ ਦੇ ਸੰਬੰਧੀ, ਔਰ ਜਿਸ ਤਰੀਕੇ ਨਾਲ ਉਹ ਲੀਵਰ ਦੀ ਪ੍ਰੋਬਲਮ ਹੈ ਜਾਂ ਹੋਰ ਪ੍ਰੋਬਲਮਸ ਨਾਲ ਜਿਨ੍ਹਾਂ ਨਾਲ ਉਹ ਜੂਝਦੇ ਪਏ ਨੇ, ਤਾਂ ਕੱਲ ਨੂੰ ਉਹਨਾਂ ਦੀ ਹੈਲਥ ਜਿਹੜੀ ਹੋਰ ਵਿਗੜ ਸਕਦੀ ਹੈ, ਸਿਹਤ ਵਿਗੜ ਸਕਦੀ ਹੈ। ਸੋ ਅਜਿਹੀ ਸਥਿਤੀ ਤੋਂ ਛੁਟਕਾਰਾ ਪਾਉਣ ਵਾਸਤੇ ਹੁਣ ਕਿ ਇਹ ਹੋ ਸਕਦਾ ਕਿ ਕੱਲ ਨੂੰ ਮੈਡੀਕਲ ਸੁਪਰਡੈਂਟ ਨੂੰ ਜਿਹੜਾ ਡਾਈਟ ਪਲਾਨ ਭੇਜਿਆ ਗਿਆ ਉਹਦੇ ਸੰਬੰਧੀ ਜਿਹੜੀ ਹਰੀ ਝੰਡੀ ਉਹ ਦਿੱਤੀ ਜਾਵੇ, ਤੇ ਕੱਲ ਨੂੰ ਸਿਹਤ ਸੇਵਾਵਾਂ ਜੋ ਉਹਨਾਂ ਦਾ ਰੋਜ਼ਮਰਾ ਦੇ ਜੋ ਉਹ ਖਾਂਦੇ ਨੇ, ਜੋ ਉਹਨਾਂ ਦੀ ਅਸੀਂ ਕਹਿ ਸਕਦੇ ਖੁਰਾਕ ਦਾ ਹਿੱਸਾ ਆ, ਉਹ ਉਹਨਾਂ ਨੂੰ ਕੱਲ ਤੋਂ ਮਿਲਣਾ ਜਿਹੜਾ ਉਹ ਸ਼ੁਰੂ ਹੋ ਸਕਦਾ। ਜਿਸ ਤਰੀਕੇ ਨਾਲ ਮੈਂ ਸੁਰੱਖਿਆ ਦੀ ਗੱਲ ਕੀਤੀ ਆ, ਇਹ ਵੀ ਮਤਲਬ ਜਾਣਕਾਰ ਜਿਹੜੇ ਸੂਤਰ ਦੱਸਦੇ ਨੇ ਕਿ ਹਾਲਾਂਕਿ
ਜਿਸ ਤਰੀਕੇ ਨਾਲ ਨਵਜੋਤ ਸਿੱਧੂ ਹਰ ਮੁੱਦੇ ਤੇ ਨਸ਼ੇ ਹਰ ਮੁੱਦੇ ਤੇ ਬੋਲਦੇ ਰਹੇ ਨੇ, ਉਸੇ ਤਰੀਕੇ ਨਾਲ ਉਹ ਨਸ਼ੇ ਦੇ ਮੁੱਦੇ ਤੇ ਵੀ ਬੋਲਦੇ ਰਹੇ ਨੇ। ਚਾਹੇ ਇਹ ਸਿਖਰ ਸੀ ਜਦੋਂ ਨਸ਼ੇ ਦੇ ਮੁੱਦੇ ਤੇ ਬੋਲੇ ਤਾਂ ਵਿਕਰਮ ਮਜੀਠੀਆ ਨੂੰ ਕਿਸ ਤਰੀਕੇ ਨਾਲ ਘੇਰਿਆ ਤਾਂ ਅਖੀਰ ਵਿਕਰਮ ਮਜੀਠੀਆ ਦੇ ਉੱਤੇ FIR ਲਾਂਚ ਹੋਈ। ਤਾਂ ਹੁਣ ਇਹ ਸੂਤਰ ਦੱਸਦੇ ਨੇ ਕਿ ਨਵਜੋਤ ਸਿੱਧੂ ਵੀ ਉਸੇ ਬੈਰਕ ਦੇ ਵਿੱਚ ਸਨ ਬੀਤੇ ਦਿਨ, ਕਿ ਜਿਸ ਬੈਰਕ ਦੇ ਵਿੱਚ ਤੁਹਾਨੂੰ ਯਾਦ ਹੋਵੇਗਾ ਕਿ ਪੰਜਾਬ ਪੁਲਿਸ ਦਾ ਇੱਕ ਇੰਸਪੈਕਟਰ ਇੰਦਰਜੀਤ ਸਿੰਘ ਸੀ ਜਿਹੜਾ ਨਸ਼ਾ ਤਸਕਰਾਂ ਦੇ ਨਾਲ ਮੇਲਜੋਲ ਕਰਕੇ ਤਾਂ STF ਨੇ ਉਸ ਨੂੰ ਫੜਿਆ ਸੀ। ਤਾਂ ਉਹ ਵੀ ਬੰਦਾ ਇੰਦਰਜੀਤ ਸਿੰਘ ਵੀ ਉਸੇ ਬੈਰਕ ਦੇ ਵਿੱਚ ਹੀ ਜਿਸ ਬੈਰਕ ਦੇ ਵਿੱਚ ਨਵਜੋਤ ਸਿੱਧੂ ਸੀ। ਤਾਂ ਜਦੋਂ ਇਸ ਗੱਲ ਦਾ ਪਤਾ ਜੇਲ੍ਹ ਅਥਾਰਟੀ ਨੂੰ ਜਾ ਕੇ ਲੱਗਾ ਦੇਰ ਰਾਤ ਜਿਹੜਾ ਬਾਅਦ ਦੇ ਵਿੱਚ, ਤਾਂ ਉਹ ਬਹੁਤ ਇਸ ਗੱਲ ਨੂੰ ਲੈ ਕੇ ਹੈਰਾਨ ਹੋਏ ਤੇ ਪਰੇਸ਼ਾਨ, ਜੇਲ੍ਹ ਪ੍ਰਸ਼ਾਸਨ ਪਰੇਸ਼ਾਨ ਸੀ, ਕਿਉਂਕਿ ਇੱਕ ਪਾਸੇ ਇੰਦਰਜੀਤ ਸਿੰਘ ਉਹ ਨਸ਼ਾ ਤਸਕਰਾਂ ਨਾਲ ਜਿਸ ਦਾ ਸਿੱਧਾ ਸੰਬੰਧ ਸੀ, ਜਿਹਦੇ ਉੱਤੇ ਦੋਸ਼ ਆਏ ਨੇ, ਤੇ ਦੂਜੇ ਪਾਸੇ ਉਹ ਵਿਅਕਤੀ ਜਿਹੜਾ ਹਰ ਮੁੱਦੇ ਤੇ ਗੱਲ ਕਰਦਾ ਰਿਹਾ ਨਵਜੋਤ ਸਿੱਧੂ, ਤਾਂ ਉਸੇ ਜੇਲ੍ਹ ਦੇ ਵਿੱਚ ਉਸੇ ਬੈਰਕ ਦੇ ਵਿੱਚ ਜੇਕਰ ਦੋਵੇਂ ਹੋ ਜਾਂਦੇ ਤਾਂ ਕੁਦਰਤੀ ਤੌਰ ਤੇ ਨਵਜੋਤ ਸਿੱਧੂ ਦੀ ਸੁਰੱਖਿਆ ਨੂੰ ਵੀ ਖਤਰਾ ਹੋ ਸਕਦਾ। ਪਰ ਉਸੇ ਤਰੀਕੇ ਨਾਲ ਜਿਸ ਤਰੀਕੇ ਨਾਲ ਮੈਂ ਗੱਲ ਕੀਤੀ ਕਿ ਜੇਲ੍ਹ ਪ੍ਰਸ਼ਾਸਨ ਦੀ ਪ੍ਰਮੁੱਖ ਜ਼ਿੰਮੇਵਾਰੀ ਹੁੰਦੀ ਹੈ ਕਿ ਹਰ ਕੈਦੀ ਨੂੰ ਸੁਰੱਖਿਆ ਮੁਹੱਈਆ ਕੀਤੀ ਜਾਵੇ, ਤਾਂ ਹੁਣ ਜੋ ਜਾਣਕਾਰੀ ਸਾਡੇ ਤੱਕ ਪਹੁੰਚੀ ਆ ਉਹਨਾਂ ਦੀ ਆਪਣੇ ਨਵਜੋਤ ਸਿੱਧੂ ਦੀ ਜਿਹੜੀ ਬੈਰਕ ਆ ਉਹ ਵੀ ਹੁਣ ਬਦਲ ਦਿੱਤੀ ਗਈ ਆ, ਉਸ ਤੋਂ ਅਲੱਗ ਜਿਹੜਾ ਉਹ ਕਰ ਦਿੱਤਾ ਗਿਆ ਹੈ। ਸੋ ਇਹ ਰਾਹਤਾਂ ਦੀ ਗੱਲ ਹੈਗੀ ਕਿ ਜਿਹੜੀ ਕੱਲ ਮਾਨਯੋਗ ਅਦਾਲਤਾਂ ਨੇ ਜਿਹੜੀ ਨਵਜੋਤ ਸਿੱਧੂ ਨੂੰ ਜਿਹੜੀ ਉਹਨਾਂ ਨੇ ਪ੍ਰਦਾਨ ਕੀਤੀ ਹੈ। ਬਾਕੀ ਲਖਵਿੰਦਰ ਜੀ ਇੱਕ ਗੱਲ ਤਾਂ ਇਹ ਗੱਲ ਬੰਨ੍ਹਣੀ ਪਊਗੀ, ਜੇਲ੍ਹ ਤਾਂ ਜੇਲ੍ਹ ਹੈਗੀ ਆ, ਉਹਦੇ ਵਿੱਚ ਔਖਿਆਈਆਂ ਹੀ ਆਉਣੀਆਂ ਨੇ, ਜਿੰਨਾ ਮਰਜ਼ੀ ਵਿਅਕਤੀ ਇਸ ਚੀਜ਼ ਤੋਂ ਭੱਜਣ ਦੀ ਕੋਸ਼ਿਸ਼ ਕਰੇ। ਪਰ ਇੱਕ ਜਿਹੜੀ ਕੱਲ ਵੀ ਅਸੀਂ ਡਿਸਕਸ ਕੀਤਾ ਸੀ ਇਹ ਪੁਆਇੰਟ, ਤਾਂ ਹੁਣ ਵੀ ਇਸ ਪੁਆਇੰਟ ਨੂੰ ਡਿਸਕਸ ਕਰ ਲਗਾ ਮੈਂ ਕਰਨਾ ਕਿ ਇੱਕ ਅੰਦਰਲਾ ਜਿਹੜਾ ਮਨੋਬਲ ਹੁੰਦਾ, ਇਹ ਜਿਸ ਤਰੀਕੇ ਨਾਲ ਸਾਡੇ ਕੋਲ ਜਾਣਕਾਰੀ ਪਹੁੰਚੀ ਆ ਕਿ ਨਵਜੋਤ ਸਿੱਧੂ ਨੇ ਕੱਲ 4 ਘੰਟੇ ਲਗਾਤਾਰ ਉਸ ਸਮਾਧੀ ਜਾਂ ਕਹਿ ਸਕਦੇ ਕਿ ਮੈਡੀਟੇਸ਼ਨ ਜਿਹੜੀ ਉਹਨੇ ਕੀਤੀ, ਤਾਂ ਉਸ ਮੈਡੀਟੇਸ਼ਨ ਕਰਨ ਦੇ ਨਾਲ ਉਸਦਾ ਜਿਹੜਾ ਮਨੋਬਲ ਹੈ ਉਹ ਜਿਹੜਾ ਮਜ਼ਬੂਤ ਹੁੰਦਾ, ਜਿਸ ਕਰਕੇ ਬੰਦਾ ਹਰ ਔਖਿਆਈ ਨੂੰ ਝੱਲ ਸਕਦਾ। ਕਿਉਂਕਿ ਜੇਕਰ ਵਿਅਕਤੀ ਦਾ ਮਨੋਬਲ ਹੀ ਕਮਜ਼ੋਰ ਹੋਏਗਾ ਤਾਂ ਬੰਦਾ ਪਿੰਨੇ ਢੇਰੀ ਢਹਿ ਦਿੰਦਾ ਆ। ਪਰ ਸ਼ਾਇਦ ਨਵਜੋਤ ਸਿੱਧੂ ਬੀਤੇ ਲੰਮੇ ਸਮੇਂ ਤੋਂ ਧਿਆਨ, ਮੈਡੀਟੇਸ਼ਨ ਜਾਂ ਇਹੋ ਜਿਹੀਆਂ ਚੀਜ਼ਾਂ ਉਹ ਕਰਦੇ ਰਹੇ ਨੇ, ਤਾਂ ਇਸੇ ਹੀ ਕਾਰਨ ਇੱਕ ਅੰਦਰਲੀ ਊਰਜਾ ਜਿਹੜੀ ਆ ਉਹਨਾਂ ਦੇ ਵਿੱਚ ਜਿਹੜੀ ਦਿਖੀ ਜਾ ਸਕਦੀ ਆ, ਤਾਂ ਉਸੇ ਸਬੰਧ ਚ ਉਹਨਾਂ ਦਾ ਮਨੋਬਲ ਜਿਹੜਾ ਉਹ ਅਜੇ ਤਕੜਾ ਹੈ, ਜਿਸ ਕਰਕੇ ਉਹ ਸਮੱਸਿਆਵਾਂ ਨੂੰ ਝੱਲ ਸਕਦੇ ਨੇ। ਬਾਕੀ ਜਿਹੜਾ ਸਮਾਂ ਹੈ ਉਹ ਦੱਸੇਗਾ ਕਿ ਸਮੇਂ ਨੇ ਤਾਂ ਆਪਣੀ ਚਾਲ ਨਾਲ ਚੱਲਣਾ ਹੈਗਾ। ਹੁਣ ਜੇਕਰ 1 ਸਾਲ ਦੀ ਸਜ਼ਾ ਹੋਈ ਆ, ਇਹ 8 ਮਹੀਨੇ ਜਾਂ 9 ਮਹੀਨਿਆਂ ਚ ਖਤਮ ਹੋ ਸਕਦੀ ਆ, ਪਰ ਉਹ 8 ਮਹੀਨੇ ਜਿਹੜੇ ਨੇ ਉਹ ਉਸੇ ਤਰੀਕੇ ਨਾਲ ਕਿਸ ਤਰੀਕੇ ਨਾਲ ਕੱਟਣੇ ਨੇ, ਉਹ ਕੱਟਣੇ ਪੈਣੇ ਆ ਮਨੋਬਲ ਨੂੰ ਉੱਚਾ ਕਰਕੇ, ਉਸ ਊਰਜਾ ਦੇ ਆਧਾਰ ਤੇ ਜਿਹੜੀ ਊਰਜਾ ਉਹਨਾਂ ਕੋਲ ਹੈਗੀ ਆ। ਬਾਕੀ ਜਿਹੜੀਆਂ ਇਹ ਕੁਝ ਰਾਹਤ ਵਾਲੀਆਂ ਖਬਰਾਂ ਨੇ ਜਿਹੜੀਆਂ ਅੱਜ ਦੇ ਸੰਦਰਭ ਚ ਜਿਹੜੇ ਸਿੱਧੂ ਪ੍ਰਸ਼ੰਸਕ ਨੇ ਉਹਨਾਂ ਨੂੰ ਇਹ ਜ਼ਰੂਰ ਰਾਹਤ ਪ੍ਰਦਾਨ ਕਰਨਗੀਆਂ ਕਿ ਨਵਜੋਤ ਸਿੰਘ ਸਿੱਧੂ ਜੇਲ੍ਹ ਦੇ ਵਿੱਚ ਉਹਨਾਂ ਨੂੰ ਕੁਝ ਰਾਹਤ ਜਿਹੜੀ ਹੈ। ਕਿਉਰੇਟਿਵ ਪਟੀਸ਼ਨ ਵਾਸਤੇ ਵਕੀਲ ਨੇ ਦੱਸਿਆ ਵੀ ਮਨੂ ਸਿੰਘ ਵੀ ਜਿਹੜੇ ਵਕੀਲ ਨੇ ਇਹਨਾਂ ਦੇ ਉਹ ਕਿਉਰੇਟਿਵ ਪਟੀਸ਼ਨ ਵੀ ਦਾਇਰ ਕਰਨ ਜਾ ਰਹੇ ਨੇ। ਲੱਗਦਾ ਕਿ ਕਿਉਰੇਟਿਵ ਪਟੀਸ਼ਨ ਦੇ ਉੱਪਰ ਕੋਈ ਰਾਹਤ ਮਿਲ ਸਕਦੀ ਹੈ ਹੋਰ ਵੱਡੀ? ਲਖਵਿੰਦਰ ਜੀ, ਜਿਹੜੀ ਇਸ ਵੇਲੇ ਤੁਹਾਨੂੰ ਜਿਹੜੀ ਸਥਿਤੀ ਹੈ, ਤੁਹਾਨੂੰ ਯਾਦ ਹੋਵੇਗਾ ਕਿ ਕੱਲ ਤੋਂ ਮਾਨਯੋਗ ਸੁਪਰੀਮ ਕੋਰਟ ਜਿਹੜੀ ਆ ਉਹ ਬੰਦ ਹੋ ਚੁੱਕੀ ਆ। ਉਹਨਾਂ ਦੇ ਵਿੱਚ ਕੇਵਲ ਕੁਝ ਜ਼ਰੂਰੀ ਕੇਸਾਂ ਦੀ ਹੀ ਸੁਣਵਾਈ ਜਿਹੜੀ ਉਹ ਹੋਣੀ ਆ, ਜਿਹੜੀ ਸਮਰ ਬੈਂਚ ਲੱਗਦੇ ਨੇ। ਤਾਂ ਇਹ ਹੁਣ ਮਨੂ ਸਿੰਘ ਵੀ ਜਿਹੜੇ ਨੇ ਉਹ ਪਾਉਣਗੇ। ਅਸਲ 'ਚ ਇਹ ਜਿਹੜੀ ਛੁੱਟੀਆਂ ਦੇ ਦੌਰਾਨ ਮਾਨਯੋਗ ਸੁਪਰੀਮ ਕੋਰਟ ਕਿਸੇ ਵੀ ਫੈਸਲੇ ਦੇ ਉੱਤੇ ਕੋਈ ਸੁਣਵਾਈ ਜਿਹੜਾ ਨਹੀਂ ਕਰਦੀ। ਬਹੁਤ ਜ਼ਰੂਰੀ ਮੁੱਦਿਆਂ ਦੇ ਉੱਤੇ ਜਿਹੜੀ ਆ ਉਹ ਸੁਣਵਾਈ ਹੁੰਦੀ, ਜਿਹੜੇ ਅਤ ਜ਼ਰੂਰੀ ਮੁੱਦੇ ਹੋਣ, ਅਰਜੈਂਟ ਮੈਟਰ ਜਿਹੜਾ ਹੋਵੇ। ਹੁਣ ਇਹ ਜਿਹੜੀ ਅਪੀਲ ਪਾਉਣੀ ਆ, ਇਸ ਨੂੰ ਅਜੇ ਇੰਨਾ ਛੇਤੀ ਉਹ ਨਹੀਂ ਪਾ ਸਕਦੇ। ਤੇ ਮਨੂ ਸਿੰਘ ਵੀ ਜੋ ਮਰਜ਼ੀ ਹੋ ਜਾਵੇ, ਜਿਸ ਤਰ੍ਹਾਂ ਬਿਆਨ ਹੋ ਸਕਦੇ ਕਿ ਉਹ ਆਉਣਗੇ, ਕਿਉਂਕਿ ਇਹਦਾ ਇੱਕ ਟਾਈਮ ਆ ਜਦੋਂ ਇਹ ਮੁੱਖ ਚੀਫ ਜਸਟਿਸ ਜਦੋਂ ਬੈਠਣਗੇ, ਇਹ ਜਿਹੜੀ ਪਟੀਸ਼ਨ ਹੈ ਉਹਨਾਂ ਸਾਹਮਣੇ ਜਾਣੀ, ਫਿਰ ਇਹ ਵੇਖਣਾ ਹੋਵੇਗਾ ਕਿ ਉਹ ਕਿਹੜੇ ਬੈਂਚ ਨੂੰ ਅਲਾਟ ਕਰਦੇ ਨੇ, ਇਹ ਡਬਲ ਬੈਂਚ ਨੂੰ ਕਰਦੇ ਆ ਕਿ ਸਿੰਗਲ ਬੈਂਚ ਨੂੰ ਕਰਦੇ ਆ। ਪਰ ਇਹ ਵੀ ਜਿਹੜਾ ਪ੍ਰੋਸੈਸ ਆ ਇਹ 2 ਮਹੀਨਿਆਂ ਤੋਂ ਬਾਅਦ ਜਿਹੜਾ ਪਟੀਸ਼ਨ ਹੈ ਜਿਹੜਾ ਤੁਸੀਂ ਕਹਿ ਰਹੇ ਜੀ 2 ਮਹੀਨੇ ਤੋਂ ਬਾਅਦ ਸ਼ੁਰੂ ਹੋਵੇਗਾ। ਅਜੇ ਫਿਲਹਾਲ ਕਿਉਂਕਿ ਸੁਪਰੀਮ ਕੋਰਟ ਜਿਹੜੀ ਆ ਉਹ ਕੱਲ ਦੀ ਬੰਦ ਹੋ ਚੁੱਕੀ ਆ, 2 ਮਹੀਨੇ ਦੀਆਂ ਛੁੱਟੀਆਂ ਪੈ ਚੁੱਕੀਆਂ। ਜੁਲਾਈ ਮਹੀਨੇ 'ਚ ਇਹ ਖੁੱਲੇਗੀ, ਫਿਰ ਉਸ ਦੌਰ 'ਚ ਜਾ ਕੇ ਫਿਰ ਇਸ ਦਾ ਜਿਹੜਾ ਕੰਮ ਜਿਹੜਾ ਸ਼ੁਰੂ ਹੋਏਗਾ। ਪਰ ਉਦੋਂ ਤੱਕ ਨਵਜੋਤ ਸਿੱਧੂ ਨੂੰ ਜੇਲ੍ਹ ਦੇ ਵਿੱਚ ਹੀ ਰਹਿਣਾ ਪਏਗਾ ਜੀ। ਬਿਲਕੁਲ ਜੀ, ਨਵਜੋਤ ਸਿੰਘ ਸਿੱਧੂ ਤਾਂ ਜੇਲ੍ਹ ਦੇ ਵਿੱਚ ਹਨ। ਅਜੇ ਉਹਨਾਂ ਨੂੰ ਰਾਹਤ ਮਿਲਦੀ ਹੈ ਕਿਉਰੇਟਿਵ ਪਟੀਸ਼ਨ ਤੇ ਜਾਂ ਨਹੀਂ, ਹੁਣ ਤੇ ਤੁਸੀਂ ਟਾਈਮ ਦੱਸਿਆ ਵੀ 2 ਮਹੀਨੇ ਲੱਗਣਗੇ, ਲੇਕਿਨ
ਉਸ ਤੋਂ ਪਹਿਲਾਂ ਹੁਣ 26 ਤਰੀਕ ਨੂੰ ਸਾਬਕਾ ਮੁੱਖ ਮੰਤਰੀ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਵੀ ਜੇਲ੍ਹ ਜਾਂਦੇ ਨਜ਼ਰ ਆ ਰਹੇ ਨੇ, ਕਿਉਂਕਿ ਉਹਨਾਂ ਨੂੰ ਦੋਸ਼ੀ ਕਰਪਸ਼ਨ ਦੇ ਮਾਮਲੇ ਵਿੱਚ ਦੋਸ਼ੀ ਠਹਿਰਾ ਦਿੱਤਾ ਤੇ 26 ਤਰੀਕ ਨੂੰ ਸਿਰਫ ਜਿਹੜਾ ਇਸ ਗੱਲ ਤੇ ਹੋਣੀ ਹੈ ਵੀ ਉਹਨਾਂ ਨੂੰ ਸਜ਼ਾ ਕਿੰਨੀ ਦਿੱਤੀ ਜਾਵੇ। ਕਿਵੇਂ ਦੇਖ ਰਹੇ ਹੋ ਸਾਬਕਾ ਮੁੱਖ ਮੰਤਰੀ ਦੀਆਂ ਕਿੰਨੀਆਂ ਮੁਸ਼ਕਿਲਾਂ ਵੱਧਦੀਆਂ ਨਜ਼ਰ ਆ ਰਹੀਆਂ ਨੇ, ਕਿਉਂਕਿ ਉਹ ਪਹਿਲਾਂ ਵੀ ਮਾਮਲੇ ਦੇ ਵਿੱਚ 10 ਸਾਲ ਦੀ ਜੇਲ੍ਹ ਕੱਟ ਕੇ ਆਏ ਨੇ। ਸੋ ਬਜ਼ੁਰਗ ਨੇਤਾ ਨੇ ਸਾਬਕਾ ਮੁੱਖ ਮੰਤਰੀ ਹਰਿਆਣਾ ਤੋਂ, ਕਿਵੇਂ ਦੇਖ ਰਹੇ ਹੋ ਉਹਨਾਂ ਮੁਸ਼ਕਿਲਾਂ ਨੂੰ, ਕਿਉਂਕਿ ਕਰਪਸ਼ਨ ਦੇ ਮਾਮਲੇ ਦਾਇਰ ਜੋ ਮਾਮਲਾ ਜੋ ਉਹਨਾਂ ਦੇ ਉੱਪਰ FIR ਹੋਈ ਸੀ 2005 ਦੇ ਵਿੱਚ, ਉਸ ਦੇ ਉੱਪਰ ਹੁਣ ਦੋਸ਼ੀ ਠਹਿਰਾ ਦਿੱਤਾ ਗਿਆ, ਸਿਰਫ ਸਜ਼ਾ ਮਿਲਣੀ ਹੈ 26 ਤਰੀਕ ਨੂੰ। ਲਖਵਿੰਦਰ ਜੀ, ਓਮ ਪ੍ਰਕਾਸ਼ ਚੌਟਾਲਾ ਹਰਿਆਣੇ ਦੇ ਇੱਕ ਸਨਮਾਨਿਤ ਚਿਹਰੇ ਨੇ, ਸਨਮਾਨਿਤ ਸ਼ਖਸੀਅਤ ਆ ਤੇ ਇੰਡੀਅਨ ਨੈਸ਼ਨਲ ਲੋਕ ਦਲ ਦੇ ਉਹ ਸਰਪ੍ਰਸਤ ਨੇ, ਮੁਖੀ ਨੇ, ਜੋ ਵੀ ਹਨ, ਪਰ ਉਹਨਾਂ ਨੇ ਆਪਣੇ ਸਮੇਂ 'ਚ ਬੜਾ ਰਾਜ ਭਾਗ ਭੋਗਿਆ। ਪਰ ਜਿਸ ਤਰ੍ਹਾਂ ਕਹਿੰਦੇ ਨਾ ਕਿ ਹੋਣੀ ਜਿਹੜੀ ਹੁੰਦੀ ਹੈ, ਹੋਣੀ ਬੰਦੇ ਨੂੰ ਕਦੇ ਨਹੀਂ ਬਖਸ਼ਦੀ, ਹੋਣੀ ਹਮੇਸ਼ਾ ਬਲਵਾਨ ਰਹਿੰਦੀ ਹੈ। ਕਿਸੇ ਸ਼ਾਇਰ ਦੇ ਬੋਲ ਨੇ ਬੜੇ ਮਸ਼ਹੂਰ ਹੈ ਕਿ ਬੰਦਾ ਆਖੇ ਕਰਾਂ ਮੈਂ ਬਾਦਸ਼ਾਹੀ, ਹੋਣੀ ਆਖਦੀ ਕਰਾਂ ਮੈਂ ਤੈਨੂੰ ਫਕੀਰ ਮੀਆਂ। ਹੋਣੀ ਦੀ ਗੱਲ ਆ, ਬੰਦਾ ਸੋਚੇ ਇੱਕ ਲਾਵਾਂ ਇੱਕ ਪਾਵਾਂ, ਹੋਣੀ ਆਖਦੀ ਨਹੀਂ ਰਹਿਣ ਦੇਣੀ ਮੈਂ ਲੀਰ ਮੀਆਂ। ਅੱਗੇ ਇਸ ਤੋਂ ਅਗਲੇ ਬੰਦ ਹੋਰ ਨੇ, ਕਾਫ ਕਰਮ, ਉਹ ਇਸ ਤਰ੍ਹਾਂ ਦੀ ਕੋਈ ਗੱਲ ਕਰਦੇ ਆ, ਕਾਫ ਕਰਮ 'ਚ ਬੰਦੇ ਦੇ ਹੋਣ ਮਾੜੇ, ਸਿਰ ਤੇ ਭਾਵੇਂ ਲਾਲਾਂ ਦੀ ਪੰਡ ਹੋਵੇ, ਬੀਜੇ ਕਣਕ ਤੇ ਉਗ ਕਰੁੰਡ ਪੈਂਦਾ, ਭਾਵੇਂ ਖਾਸ ਨਿਆਏ ਦੀ ਵੰਡ ਹੋਵੇ। ਗੱਲ ਇਹ ਹੈ ਕਿ ਕਰਮਾਂ ਦੀ ਖੇਡ ਹੁੰਦੀ ਹੈ ਲਖਵਿੰਦਰ ਜੀ। ਇਹ ਓਮ ਪ੍ਰਕਾਸ਼ ਚੌਟਾਲਾ ਉਹ ਵਿਅਕਤੀ ਹੈ ਕਿ ਜਿਸ ਨੇ ਹਰਿਆਣੇ ਦਾ ਮੁੱਖ ਮੰਤਰੀ ਰਹੇ, ਬਹੁਤ ਕੁਝ ਅੱਜ ਵੀ ਉਹਨਾਂ ਦਾ ਜਿਹੜਾ ਪੋਤਰਾ ਮਾਪਰ ਦਾ ਪੋਤਰਾ ਜਿਹੜਾ ਦੁਸ਼ਯੰਤ ਚੌਟਾਲਾ, ਉਹ ਹਰਿਆਣੇ ਦੇ ਡਿਪਟੀ ਸੀਐਮ ਨੇ। ਪਰ ਸਥਿਤੀਆਂ ਦੇਖੋ ਕਿ ਉਹ ਵਿਅਕਤੀ ਨੂੰ ਫਿਰ ਜਿਹੜਾ ਜੇਲ੍ਹ 'ਚ ਜਾਣਾ ਪੈ ਰਿਹਾ। ਇਹ ਹੈ ਹੋਣੀ, ਇਹ ਹੈ ਤਕਦੀਰ, ਇਹ ਹੈ ਕਿਸਮਤ ਕਿ ਜਿੱਥੇ ਬੰਦੇ ਨੂੰ ਹੋਣੀ ਖੇਡ ਕੇ ਲੈ ਆਉਂਦੀ ਆ, ਉੱਥੇ ਬੰਦਾ ਬੇਬਸ ਹੋ ਜਾਂਦਾ। ਨਹੀਂ ਤਾਂ ਇਸ ਉਮਰ ਦੇ ਵਿੱਚ ਜਦੋਂ ਉਹਨਾਂ ਨੇ 10ਵੀਂ ਪਾਸ ਕੀਤੀ ਹੈ ਪਿੱਛੇ ਜੇ ਜੇਲ੍ਹ ਤੋਂ ਬਾਹਰ ਆਣ ਕੇ ਬਾਦਲ ਸਾਹਿਬ ਨੂੰ ਵੀ ਮਿਲੇ, ਤਾਂ ਹੁਣ ਫਿਰ ਦੂਜਾ ਜੇਲ੍ਹ ਦਾ ਸਫ਼ਰ ਜਦੋਂ ਤਿਆਰ ਹੋ ਜਾਂਦਾ ਤਾਂ ਫਿਰ ਸਥਿਤੀਆਂ ਕਿਹੋ ਜਿਹੀਆਂ ਹੋਣਗੀਆਂ। ਮੈਂ ਹੁਣ ਤੁਹਾਡੇ ਪ੍ਰਸ਼ਨ ਵੱਲ ਆਉਂਦਾ। ਓਮ ਪ੍ਰਕਾਸ਼ ਚੌਟਾਲਾ ਨੂੰ ਪਹਿਲੀ ਜਿਹੜੀ ਸਜ਼ਾ ਸੀ ਉਹ DPI ਟੀਚਰਸ, ਮਤਲਬ ਜਿਹੜੇ JBD ਟੀਚਰ ਘੁਟਾਲਾ ਸੀ, ਉਹਦੇ ਵਿੱਚ ਹੋਈ ਸੀ 10 ਸਾਲ ਦੀ। ਉਹਦੇ ਵਿੱਚ ਰਜਨੀ ਸੇਠੀ ਜਿਹੜੇ ਪ੍ਰਿੰਸੀਪਲ ਸੈਕਟਰੀ ਸੀ, ਉਹਨਾਂ ਨੇ ਇਨਕੁਆਇਰੀ ਕੀਤੀ ਤਾਂ ਉਹਦੇ ਵਿੱਚ JBD ਟੀਚਰਾਂ ਨੂੰ ਫਰਾਡ ਦੇ ਤਹਿਤ, ਜਿਨ੍ਹਾਂ ਕੋਲ ਡਿਗਰੀਆਂ ਵੀ ਕੋਈ ਨਹੀਂ ਸਨ, ਉਹ ਭਰਤੀ ਕੀਤੇ ਗਏ ਸੀ ਓਮ ਪ੍ਰਕਾਸ਼ ਚੌਟਾਲਾ ਦੀ ਸਰਕਾਰ ਦੇ ਸਾਹਮਣੇ ਜੀ। ਤਾਂ ਫਿਰ ਉਸ ਕੇਸ ਦੇ ਵਿੱਚ ਉਹਨਾਂ ਨੂੰ 10 ਸਾਲ ਸਜ਼ਾ ਹੋਈ, 10 ਸਾਲ ਉਹ ਜੇਲ੍ਹ ਦੇ ਅੰਦਰ ਰਹੇ। ਤੇ ਹੁਣ ਜਿਹੜਾ ਕੇਸ ਨਵਾਂ, ਅਜੇ ਪਿੱਛੇ ਉਹਨਾਂ ਦੀ ਇਹ ਸਜ਼ਾ ਖਤਮ ਹੋਈ ਆ ਤੇ ਬਾਹਰ ਆਣ ਕੇ ਉਹਨਾਂ ਨੇ ਰਾਜਨੀਤਿਕ ਸਰਗਰਮੀਆਂ ਆਪਣੀਆਂ ਸ਼ੁਰੂ ਕੀਤੀਆਂ। ਤੇ ਹੁਣ ਜਿਹੜੀ ਸਜ਼ਾ ਹੋਈ ਹੈ, ਇਹ ਆਮਦਨ ਤੋਂ ਵੱਧ ਵਸੀਲਿਆਂ ਤੋਂ, ਜਿਹੜੇ ਆਪਣੇ ਜਿਹੜੇ ਉਹਨਾਂ ਦੇ ਵਸੀਲੇ ਨੇ, ਉਹਨਾਂ ਤੋਂ ਵੱਧ ਆਮਦਨ ਇਕੱਠੇ ਕਰਨ ਦੇ ਦੋਸ਼ਾਂ ਹੇਠ ਉਹਨਾਂ ਨੂੰ ਦੋਸ਼ੀ ਜਿਹੜਾ ਮਾਨਯੋਗ ਅਦਾਲਤ ਵੱਲੋਂ ਠਹਿਰਾਇਆ ਗਿਆ। ਹੁਣ 26 ਤਰੀਕ ਨੂੰ ਕੁਦਰਤੀ ਤੌਰ ਤੇ ਉਹਨਾਂ ਨੂੰ ਸਜ਼ਾ ਜਿਹੜੀ ਹੋਵੇਗੀ, ਤਾਂ ਜੇ ਸਜ਼ਾ ਹੁੰਦੀ ਆ ਤਾਂ ਜੇਲ੍ਹ 'ਚ ਤਾਂ ਜਾਣਾ ਹੀ ਪਏਗਾ। ਸੋ ਇਹ ਮੁੱਖ ਮੰਤਰੀ ਜਿੰਨੇ ਵੀ ਚੌਟਾਲਾ ਪਰਿਵਾਰ ਦੀ ਜਿਹੜੀ ਅਸੀਂ ਗੱਲ ਕਰੀਏ, ਇਹ ਉਹਨਾਂ ਦਾ ਇਤਿਹਾਸ ਹੈਗਾ। ਵੈਸੇ ਲਖਵਿੰਦਰ ਜੀ, ਇਹੋ ਜਿਹੀਆਂ ਜਿਹੜੀਆਂ ਸਥਿਤੀਆਂ ਨੇ, ਇਹ ਕੇਵਲ ਅਸੀਂ ਕਹਿ ਸਕਦੇ ਕਿ ਭਾਰਤੀ ਕੁਝ ਸਿਆਸਤਦਾਨ ਨੇ ਜਿਨ੍ਹਾਂ ਨੇ ਇਹੋ ਜਿਹੀ ਤਰਾਸਦੀਆਂ ਭੋਗਣੀਆਂ ਪੈਂਦੀਆਂ। ਜੇ ਮੰਨ ਲਓ ਲਾਲੂ ਪ੍ਰਸਾਦ ਯਾਦਵ ਨੇ, ਉਹ ਵੀ ਇਹੋ ਜਿਹੇ ਦੋਸ਼ਾਂ ਦੇ ਅਧੀਨ ਜੇਲ੍ਹ 'ਚ ਬੰਦ ਨੇ। ਦੂਜੇ ਪਾਸੇ ਓਮ ਪ੍ਰਕਾਸ਼ ਚੌਟਾਲਾ ਵੀ ਉਹਦੇ 'ਚ ਬੰਦ ਰਹਿ ਚੁੱਕੇ ਨੇ। ਪੰਜਾਬ ਦੇ ਵਿੱਚ ਵੀ ਕਹਿੰਦੇ ਕੁਝ ਮੰਤਰੀਆਂ ਦੀ ਜਾਂ ਕੁਝ ਸਾਬਕਾ ਮੁੱਖ ਮੰਤਰੀ ਦੀ ਵਾਰੀ ਜਿਹੜੀ ਆ ਇਹੋ ਜਿਹੇ ਸਬੰਧਾਂ ਦੇ ਵਿੱਚ ਆ ਸਕਦੀ ਆ। ਸੋ ਕਹਿਣ ਦਾ ਅਰਥ ਆ ਕਿ ਇਹੋ ਜਿਹੇ ਜਿਹੜੇ ਲੋਕ ਹਨ, ਭਾਈ ਉਹ ਕਿਸੇ ਵੀ ਅਹੁਦਿਆਂ ਤੇ ਬੈਠੇ ਨੇ, ਜੇਕਰ ਉਹਨਾਂ ਨੇ ਲੋਕਾਂ ਦੇ ਨਾਲ, ਲੋਕਾਂ ਦੇ ਵਿਸ਼ਵਾਸ ਦੇ ਨਾਲ ਵਿਸ਼ਵਾਸਘਾਤ ਕੀਤਾ ਤੇ ਉਹਨਾਂ ਨੂੰ ਫਿਰ ਜਿਹੜੀ ਸਜ਼ਾ ਆ ਉਹ ਜ਼ਰੂਰ ਮਿਲਣੀ ਚਾਹੀਦੀ ਆ। ਹੁਣ ਓਮ ਪ੍ਰਕਾਸ਼ ਚੌਟਾਲਾ ਵਰਗੇ ਜਿਹੜੇ ਵਿਅਕਤੀ ਨੇ, ਮੁੱਖ ਮੰਤਰੀ, ਇਹੋ ਜਿਹੇ ਪੰਜਾਬ 'ਚ ਵੀ ਬੜੇ ਨੇ ਜਿਨ੍ਹਾਂ ਨੇ ਆਪਣੀ, ਉਹਨਾਂ ਦੇ ਵਸੀਲੇ, ਆਰਥਿਕ ਵਸੀਲੇ ਤਾਂ ਬਹੁਤ ਘੱਟ ਨੇ, ਪਰ ਜੇਕਰ ਉਹਨਾਂ ਦੇ ਆਮਦਨ ਦੇ ਵੇਖੋ, ਢੇਰ ਵੇਖੋ ਤੇ ਅੰਬਾਰ ਲੱਗੇ ਨੇ, ਉਹ ਕਿੱਥੋਂ ਆਏ? ਉਹ ਇੱਥੋਂ ਹੀ ਸਾਡੇ ਔਰ ਤੁਹਾਡੇ ਵਰਗੇ ਲੋਕਾਂ ਦਾ ਲਹੂ ਚੂਸ ਕੇ ਇਹਨਾਂ ਲੋਕਾਂ ਨੇ ਆਪਣੇ ਜਿਹੜੇ ਖਜ਼ਾਨੇ ਭਰੇ ਨੇ, ਲੋਕਾਂ ਨੂੰ ਲੁੱਟਿਆ, ਲੋਕਾਂ ਨੂੰ ਕੁੱਟਿਆ। ਜਦੋਂ ਇਹ ਸੱਤਾ ਦੇ ਨਸ਼ੇ 'ਚ ਹੁੰਦੇ ਨੇ ਤੇ ਫਿਰ ਜਦੋਂ ਕਾਨੂੰਨ ਬੋਲਦਾ ਤਾਂ ਫਿਰ ਕਾਨੂੰਨ ਦੇ ਦਾਇਰੇ ਦੇ ਵਿੱਚ ਫਿਰ ਇਹ ਲੋਕ ਚੀਕਦੇ ਨੇ। ਤਾਂ ਕਾਨੂੰਨ ਨੂੰ ਇਹ ਚਾਹੀਦਾ ਕਿ ਇਹੋ ਜਿਹਾ ਕੋਈ ਵੀ ਵਿਅਕਤੀ ਜਿਸ ਨੇ ਲੋਕਾਂ ਦੇ ਵਿਸ਼ਵਾਸ ਨਾਲ ਵਿਸ਼ਵਾਸਘਾਤ ਕੀਤਾ, ਲੋਕਾਂ ਨਾਲ ਧੋਖਾ ਕੀਤਾ, ਲੋਕਾਂ ਦੇ ਲਹੂ ਚੂਸਿਆ ਤੇ ਆਪਣੇ ਖਾਨਦਾਨ, ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਖਜ਼ਾਨੇ ਭਰੇ ਨੇ,
ਇਹੋ ਜਿਹੇ ਲੋਕਾਂ ਨੂੰ ਸਖਤ ਤੋਂ ਸਖਤ ਸਜ਼ਾ ਜਿਹੜੀ ਆ ਮਾਨਯੋਗ ਕੋਰਟ ਵੱਲੋਂ ਦਿੱਤੀ ਜਾਣੀ ਚਾਹੀਦੀ ਆ, ਤਾਂ ਜੋ ਅੱਗੇ ਤੋਂ ਅਜਿਹਾ ਧੋਖਾ ਕਰਨ ਤੋਂ ਪਹਿਲਾਂ ਕੋਈ ਵੀ ਵਿਅਕਤੀ 100 ਵਾਰੀ ਸੋਚੇ ਕਿ ਇਸ ਦਾ ਅੰਜਾਮ ਜਿਹੜਾ ਉਹ ਕੀ ਹੋਵੇਗਾ। ਇਸ ਤਰ੍ਹਾਂ ਨਾ ਹੋਵੇ ਕਿ ਉਹਦੀ ਜਿਹੜੀ ਉਸਦੀ ਵੱਧਦੀ ਉਮਰ ਦਾ ਆਸਰਾ ਲੈ ਕੇ ਉਸਦੇ ਵਕੀਲ ਜਾਂ ਲੀਗਲ ਸੈੱਲ ਕਹਿ ਦੇਣ ਹਾਂਜੀ ਇਹਦੀ ਉਮਰ ਬਹੁਤ ਜ਼ਿਆਦਾ ਹੋ ਗਈ, ਇਹਨੂੰ ਛੱਡ ਦਿਓ। ਨਹੀਂ, ਇਹੋ ਜਿਹੇ ਵਿਅਕਤੀਆਂ ਨੂੰ ਮੈਂ ਤਾਂ ਸਾਰੇ ਢੰਗ ਦੇਣਾ ਚਾਹੀਦਾ ਕਿ ਜਿਹੋ ਜਿਹੇ ਵਿਅਕਤੀਆਂ ਨੇ ਲੋਕਾਂ ਦਾ ਲਹੂ ਚੂਸ ਕੇ ਆਪਣੇ ਜਿਹੜੇ ਖਜ਼ਾਨੇ ਭਰੇ ਨੇ ਔਰ ਲੋਕਾਂ ਨੂੰ ਉਸੇ ਤਰੀਕੇ ਨਾਲ ਤਰਾਸਦੀ ਛੱਡ ਦਿੱਤਾ, ਉਹ ਕੋਈ ਵੀ ਵਿਅਕਤੀ ਹੋਵੇ, ਚਾਹੇ ਪੰਜਾਬ ਦਾ, ਚਾਹੇ ਹਰਿਆਣੇ ਦਾ, ਚਾਹੇ ਗੁਜਰਾਤ ਦਾ, ਕੋਈ ਵੀ ਵਿਅਕਤੀ ਹੋਵੇ, ਇਨਸਾਫ ਜਿਹੜਾ ਲੋਕਾਂ ਨੂੰ ਜ਼ਰੂਰ ਹੋਣਾ ਚਾਹੀਦਾ। ਤਾਂ ਓਮ ਪ੍ਰਕਾਸ਼ ਚੌਟਾਲਾ ਦੇ ਨਾਲ ਅੱਜ ਜੋ ਕੁਝ ਹੋਇਆ ਇਹ ਉਸਦੇ ਕੀਤਿਆਂ ਕਰਮਾਂ ਦਾ ਫਲ ਆ, ਜਿਹੜੀ ਸਜ਼ਾ ਜਿਹੜੀ ਆ ਮਾਨਯੋਗ ਕੋਰਟ ਜਿਹੜੀ ਆ 16 ਮਈ ਨੂੰ ਦੇਵੇ ਜੀ। ਬਿਲਕੁਲ ਜੀ, ਬਿਲकुल। ਸੋ ਇਹ ਤਾਂ 26 ਨੂੰ ਕਲੀਅਰ ਹੋ ਜਾਏਗਾ ਵੀ ਜਾਣਾ ਤਾਂ ਪਏਗਾ ਜੇਲ੍ਹ, ਜਿਵੇਂ ਤੁਸੀਂ ਦੱਸਿਆ ਵੀ ਕਿੰਨੇ ਟਾਈਮ ਲਈ ਜਾਂਦੇ ਨੇ, ਇਹ 26 ਤਰੀਕ ਨੂੰ ਵੀ ਫਾਈਨਲ ਹੋ ਜਾਏਗਾ। ਸੋ ਦੂਸਰੇ ਪਾਸੇ ਆਪਾਂ ਗੱਲ ਕਰੀਏ ਜਿਵੇਂ ਰਾਜਾ ਵੜਿੰਗ ਦੀ ਚੁੱਪੀ ਦੀ। ਰਾਜਾ ਵੜਿੰਗ ਜਿਹੜੇ ਕਿ ਲਗਾਤਾਰ 3 ਡੀਆਂ ਦੀ ਗੱਲ ਕਰਦੇ ਨੇ, ਜਿਵੇਂ ਡਾਇਲੋਗ, ਡਿਲੀਵਰੀ, ਡਿਸਿਪਲਿਨ, ਉਹਦੇ ਬਾਰੇ ਗੱਲ ਕਰਦੇ ਨੇ। ਲੇਕਿਨ ਜੇਕਰ ਗੱਲ ਕਰੀਏ 19 ਤਰੀਕ ਜਿਸ ਦਿਨ ਕੀ ਸਜ਼ਾ ਬੋਲੀ ਗਈ ਸੀ, ਫੈਸਲਾ ਆਇਆ ਸੀਗਾ ਨਵਜੋਤ ਸਿੰਘ ਸਿੱਧੂ ਦੇ ਖਿਲਾਫ, ਉਸ ਦਿਨ ਕਾਂਗਰਸ ਦੇ ਸੀਨੀਅਰ ਲੀਡਰ ਸੁਖਜਿੰਦਰ ਸਿੰਘ ਰੰਧਾਵਾ ਤੇ ਰਾਣਾ ਗੁਰਜੀਤ ਦੇ ਵੱਲੋਂ ਵੱਡੇ ਸ਼ਬਦੀ ਵਾਣ ਚਲਾਏ ਗਏ ਸੀਗੇ ਨਵਜੋਤ ਸਿੰਘ ਸਿੱਧੂ ਦੇ ਖਿਲਾਫ। ਲੇਕਿਨ 3 ਦਿਨ ਬੀਤ ਜਾਣ ਤੋਂ ਬਾਅਦ ਵੀ ਡਿਸਿਪਲਿਨ ਦੀ ਦੁਹਾਈ ਦੇਣ ਵਾਲੇ ਰਾਜਾ ਵੜਿੰਗ ਵੱਲੋਂ ਇੱਕ ਵੀ ਬਿਆਨ ਇਹਨਾਂ ਲੀਡਰਾਂ ਦੇ ਲਈ ਨਹੀਂ ਆਇਆ ਕਿ ਇਹਨਾਂ ਵਿਰੁੱਧ ਕੋਈ ਅਨੁਸ਼ਾਸਨੀ ਕਾਰਵਾਈ ਕਰੀ ਜਾਏਗੀ ਕਿ ਨਹੀਂ, ਕਿਉਂਕਿ ਉਹਨਾਂ ਨੇ ਜਿੱਥੇ ਨਵਜੋਤ ਸਿੰਘ ਸਿੱਧੂ ਨੂੰ ਟਾਰਗੇਟ ਕੀਤਾ ਹੈ ਉੱਥੇ ਸੁਖਜਿੰਦਰ ਰੰਧਾਵਾ ਨੇ ਹਾਈ ਕਮਾਨ ਦੇ ਉੱਪਰ ਵੀ ਵੱਡੇ ਨਿਸ਼ਾਨੇ ਲਾਏ ਨੇ। ਇਹ ਕਹਿੰਦੇ ਹੋਏ ਨਜ਼ਰ ਆਏ ਸੀ ਵੀ ਹਾਈ ਕਮਾਨ ਦੇ ਵਿੱਚ ਤਾਂ ਜਾਨ ਹੀ ਹੈ ਨਹੀਂ। ਸੋ ਕਿਵੇਂ ਦੇਖ ਰਹੇ ਹੋ ਕਿ ਇਹਨਾਂ ਦੇ ਉੱਪਰ ਅਨੁਸ਼ਾਸਨੀ ਕਾਰਵਾਈ ਹਾਈ ਕਮਾਨ ਕਰੇਗੀ? ਰਾਜਾ ਵੜਿੰਗ ਕੀ ਨਵਜੋਤ ਸਿੰਘ ਸਿੱਧੂ ਦੇ ਵਾਂਗ ਇਹਨਾਂ ਲਈ ਵੀ ਚਿੱਠੀ ਲਿਖਣਗੇ? ਤੇ ਦੂਸਰਾ ਇਹ ਕਿ ਹੁਣ ਤੱਕ ਰਾਜਾ ਵੜਿੰਗ ਇਸ ਮਾਮਲੇ ਵਿੱਚ ਚੁੱਪ ਕਿਉਂ ਨੇ? ਦੇਖੋ, ਜਿਹੜੀ ਗੱਲ ਲਖਵਿੰਦਰ ਜੀ ਰਾਜਾ ਵੜਿੰਗ ਦੀ ਤੁਸੀਂ ਕਰ ਰਹੇ ਜੀ, ਰਾਜਾ ਵੜਿੰਗ ਦੀ ਜਿਹੜੀ ਸਥਿਤੀ ਹੈਗੀ ਆ ਉਹ ਇਹ ਆ ਕਿ ਉਹ ਇਸ ਵੇਲੇ ਬੇਬਸ ਨਜ਼ਰ ਆ ਰਿਹਾ, ਕਿਉਂਕਿ ਇਸ ਵੇਲੇ ਜਿਹੜੇ 18 ਵਿਧਾਇਕ ਨੇ ਉਹਨਾਂ ਦੇ ਵਿੱਚ ਮਾਝਾ ਬ੍ਰਿਗੇਡ ਅੱਜ ਵੀ ਉਸੇ ਤਰੀਕੇ ਨਾਲ ਮਜ਼ਬੂਤ ਆ ਜਿਸ ਤਰੀਕੇ ਨਾਲ ਬੀਤੇ ਦੌਰ 'ਚ ਮਜ਼ਬੂਤ ਰਹੀ ਹੈ। ਇਹੋ ਮਾਝਾ ਬ੍ਰਿਗੇਡ ਸੀ ਜਿਸ ਨੇ ਕੈਪਟਨ ਅਮਰਿੰਦਰ ਸਿੰਘ ਵਾਸਤੇ ਕੰਡੇ ਖਿਲਾਰੇ ਤੇ ਸਹਾਰਾ ਜਿਹੜਾ ਨਵਜੋਤ ਸਿੱਧੂ ਦਾ ਲਿਆ। ਇਹੋ ਮਾਝਾ ਬ੍ਰਿਗੇਡ ਆ ਜਿਹਨਾਂ ਚਰਨਜੀਤ ਸਿੰਘ ਚੰਨੀ ਨੂੰ ਅੱਗੇ ਲਾ ਕੇ ਆਪਣੇ ਨੂੰ ਸਿੱਧਾ ਕੀਤਾ। ਤੇ ਹੁਣ ਇਹੋ ਮਾਝਾ ਬ੍ਰਿਗੇਡ ਆ ਜਿਹੜੀ ਨਵਜੋਤ ਸਿੱਧੂ ਜਾਣ ਤੋਂ ਬਾਅਦ ਖੁਸ਼ੀਆਂ ਜਿਹੜੀ ਉਹ ਮਨਾ ਰਹੀ ਆ। ਤੇ ਦੂਜੇ ਪਾਸੇ ਰਾਜਾ ਵੜਿੰਗ ਨੂੰ ਆਪਣੀ ਸਥਿਤੀ ਦਾ ਪਤਾ, ਉਹਦਾ ਅੱਜ ਦੀ ਤਰੀਕ 'ਚ ਕੋਈ ਉਹਨਾਂ ਵੱਡਾ ਜਨ ਆਧਾਰ ਨਹੀਂ ਹੈਗਾ ਤੇ ਨਾ ਹੀ ਉਹ ਇਹਨਾਂ 18 ਵਿਧਾਇਕਾਂ ਜਾਂ ਪੰਜਾਬ ਦੇ ਜਿਹੜੇ ਬਾਕੀ ਕਾਂਗਰਸ ਦੇ ਵਿਧਾਇਕ ਨੇ ਉਹਨਾਂ ਦੇ ਵਿੱਚ ਉਹ ਆਪਣਾ ਧੜਾ ਕੋਈ ਪੈਦਾ ਕਰ ਸਕਿਆ। ਰਾਜਾ ਵੜਿੰਗ ਦੀ ਸਭ ਤੋਂ ਵੱਡੀ ਕਮਜ਼ੋਰੀ ਇਹ ਆ। ਅਗਰ ਅੱਜ ਦੇ ਤਰੀਕ 'ਚ ਵੇਖਿਆ ਜਾਵੇ ਤਾਂ ਰਾਜਾ ਵੜਿੰਗ ਸਿਰਫ ਪ੍ਰਧਾਨ ਹੈ। ਜੇਕਰ ਤੁਸੀਂ ਇੰਨੀ ਗੱਲ ਕਹੋ ਕਿ ਰਾਜਾ ਵੜਿੰਗ ਦਾ ਅੱਜ ਕਾਂਗਰਸ ਦੇ ਵਿੱਚ ਇੱਕ ਧੜਾ ਹੈ ਤਾਂ ਇਹ ਗੱਲ ਬਿਲਕੁਲ ਝੂਠ ਆ। ਉਹਦੇ ਨਾਲ ਅਗਰ ਰਾਜਾ ਵੜਿੰਗ ਦੀ ਕੱਲੀ ਪਰਸਨੈਲਿਟੀ ਦੇ ਨਾਲ ਵੇਖੋ, ਕੱਲੀ ਸ਼ਖਸੀਅਤ ਤੌਰ ਤੇ ਵੇਖੋ ਕਿ ਕਿੰਨੇ ਉਹਦੇ ਨਾਲ ਐਮਐਲਏ ਨੇ, ਕਿੰਨੇ ਸਾਬਕਾ ਵਿਧਾਇਕ ਨੇ, ਮੇਰਾ ਨਹੀਂ ਖਿਆਲ ਕਿ 2 ਵੀ ਵਿਧਾਇਕ ਉਹਦੇ ਨਾਲ ਖਲੋਤੇ ਤੁਹਾਨੂੰ ਨਜ਼ਰ ਆਉਣ। ਹਾਂ, ਇਹ ਜ਼ਰੂਰ ਹੈਗਾ ਕਿ ਪ੍ਰਧਾਨ ਜੀ ਜ਼ਰੂਰ ਹੁੰਦੀ ਆ, ਕਿਉਂਕਿ ਉਹ ਕਾਂਗਰਸ ਦੇ ਹਾਈ ਕਮਾਨ ਵੱਲੋਂ ਸੋਚਿਆ ਥਾਪੇ ਗਏ ਪ੍ਰਧਾਨ ਨੇ। ਪਰ ਹਾਂ, ਜੇਕਰ ਤੁਸੀਂ ਨਿੱਜੀ ਤੌਰ ਤੇ ਜਾਂ ਇਹ ਗੱਲ ਕਹੋ ਕਿ ਰਾਜਾ ਵੜਿੰਗ ਨੇ ਆਪਣਾ ਧੜਾ ਸਥਾਪਿਤ ਕਰ ਲਿਆ ਜਾਂ ਇੰਨਾ ਮਜ਼ਬੂਤ ਆ ਕਿ ਉਹ ਹਰ ਬੰਦੇ ਦੇ ਖਿਲਾਫ ਐਕਸ਼ਨ ਲੈਣ ਦੇ ਸਮਰੱਥ ਆ, ਤਾਂ ਇਹ ਗੱਲ ਬਿਲਕੁਲ ਪੂਰੀ ਝੂਠ ਹੈ। ਇਹ ਗੱਲ ਤੱਥਾਂ ਤੋਂ ਰਹਿਤ ਹੈਗੀ ਆ। ਰਾਜਾ ਵੜਿੰਗ ਅਜੇ ਤੱਕ ਆਪਣਾ ਧੜਾ ਜਿਹੜਾ ਉਹ ਕਾਂਗਰਸ ਦੇ ਵਿੱਚ ਪੈਦਾ ਨਹੀਂ ਕਰ ਸਕਿਆ। ਜਿਸ ਤਰੀਕੇ ਨਾਲ ਨਵਜੋਤ ਸਿੱਧੂ ਹਾਰਨ ਤੋਂ ਬਾਅਦ ਵੀ 25-30 ਸਾਬਕਾ ਵਿਧਾਇਕ ਜਿਹੜੇ ਨਾਲ ਲਈ ਫਿਰਦਾ ਸੀ। ਦੂਜੇ ਪਾਸੇ ਆ ਜਿਹੜੀ ਮਾਝਾ ਬ੍ਰਿਗੇਡ ਦੀ ਗੱਲ ਕਰਦਾ, ਮਾਝਾ ਬ੍ਰਿਗੇਡ ਦੇ ਇਕੱਲੇ ਤਰਜਿੰਦਰ ਬਾਜਵਾ ਲਾ ਲਓ, ਸੁਖਜਿੰਦਰ ਸਿੰਘ ਰੰਧਾਵਾ ਲਾ ਲਓ, ਘੱਟੋ ਘੱਟ ਇਹ ਆਪ ਹੀ ਉਸ ਪੱਖ ਤੇ ਨੇ ਕਿ ਚਲੋ ਇੱਕ ਇਹਨਾਂ ਨੇ ਦਹਿਸ਼ਤ ਦਾ ਮਾਹੌਲ ਜਿਹੜਾ ਬਣਾ ਕੇ ਰੱਖਿਆ। ਰਾਣਾ ਗੁਰਜੀਤ ਲਾ ਲਓ, ਉਹ ਆਪਣੇ ਆਪ ਦੇ ਵਿੱਚ ਹੀ ਕਹਿੰਦਾ ਕਿ ਮੈਂ ਹੀ ਸਭ ਕੁਝ ਹੈਗਾ। ਸੋ ਕਹਿਣ ਦਾ ਅਰਥ ਇਹ ਹੈ ਕਿ ਰਾਜਾ ਵੜਿੰਗ ਇਹਨਾਂ ਵਿਅਕਤੀਆਂ ਦੇ ਖਿਲਾਫ ਕੁਝ ਵੀ ਕਾਰਵਾਈ ਕਰਨ ਤੋਂ ਪੂਰਨ ਤੌਰ ਤੇ ਅਸਮਰੱਥ ਆ, ਕਿਉਂਕਿ ਉਹਨਾਂ 18 ਦਾ ਪ੍ਰਭਾਵ ਜਿਹੜਾ ਰਾਜਾ ਵੜਿੰਗ ਤੇ ਬਹੁਤ ਜ਼ਿਆਦਾ, ਤੇ ਰਾਜਾ ਵੜਿੰਗ ਪ੍ਰਧਾਨ ਹੋਣ ਦੇ ਬਾਵਜੂਦ ਵੀ ਕੋਈ ਧੜਾ ਸਥਾਪਿਤ ਆਪਣਾ ਧੜਾ ਨਹੀਂ ਬਣਾ ਸਕਿਆ। ਅਸੀਂ ਕਹਿ ਸਕਦੇ ਕਿ ਇੱਕ ਕਮਜ਼ੋਰ ਪ੍ਰਧਾਨ ਆ ਕਿ ਅਸੀਂ ਜਿਹੜਾ ਕਿਸੇ ਦੇ ਖਿਲਾਫ ਹੀ ਕੋਈ ਐਕਸ਼ਨ ਜਿਹੜਾ ਉਹ ਲੈਣ ਨਹੀਂ ਸਕਦਾ। ਨਾ ਉਹ ਮਾਝਾ ਬ੍ਰਿਗੇਡ ਦੇ ਇਹਨਾਂ ਬੰਦਿਆਂ ਦੇ ਖਿਲਾਫ,
ਤੇ ਨਾ ਕਿਸੇ ਹੋਰ ਦੇ ਖਿਲਾਫ। ਜੋ ਬੰਦਾ ਬੋਲਦਾ ਹਾਂ ਸਿਰਫ ਉਹ ਬਿਆਨ ਦੇ ਸਕਦਾ। ਹੁਣ ਜਿਸ ਤਰੀਕੇ ਨਾਲ ਬੀਬੀ ਭੱਠਲ ਨੇ ਕੱਲ ਲੈਕਚਰ ਦਿੱਤਾ ਤਾਂ ਉਹਨਾਂ ਨੇ ਬਹੁਤ ਕੁਝ ਇੰਨੀ ਗੱਲ ਕਹੀ ਕਿ ਮੈਨੂੰ ਕੈਪਟਨ ਅਮਰਿੰਦਰ ਸਿੰਘ ਮਰਵਾ ਵੀ ਸਕਦਾ ਸੀ, ਉਹਨੇ ਮੈਨੂੰ ਹਰਾਇਆ, ਜੇ ਕਰਾਇਆ ਉਹ ਕਰਾਇਆ। ਹੁਣ ਉੱਥੇ ਜਾ ਕੇ ਅਜੇ ਤੱਕ ਆਪਣੇ ਰਾਜਾ ਵੜਿੰਗ ਦੀ ਕੋਈ ਵੀ ਮੁਲਾਕਾਤ ਜਿਹੜੀ ਆ ਉਹਨਾਂ ਦੇ ਨਾਲ ਨਹੀਂ, ਜਿਹੜੀ ਬੀਬੀ ਭੱਠਲ ਦੇ ਨਾਲ ਹੋਈ। ਹੁਣ ਬੀਬੀ ਭੱਠਲ ਦਾ ਵੀ ਆਪਣਾ ਇੱਕ ਧੜਾ ਹੈਗਾ, 2-4 ਵਿਧਾਇਕ ਜਿਹੜੇ ਉਹ ਲਈ ਫਿਰਦੇ ਨੇ। ਕੱਲ ਜਿਸ ਤਰੀਕੇ ਨਾਲ ਉਹਨਾਂ ਨੇ ਆਪਣੇ ਹਲਕੇ 'ਚ ਰੈਲੀ ਕੀਤੀ ਤਾਂ ਕਈ ਬੰਦੇ ਉਹਨਾਂ ਦੇ ਨਾਲ ਸਨ। ਹਾਰਨ ਹੋਣ ਦੇ ਬਾਵਜੂਦ ਬੀਬੀ ਭੱਠਲ ਕੋਲ ਕੋਈ ਅਹੁਦਾ ਨਹੀਂ ਹੈ, ਪਰ ਫਿਰ ਵੀ ਉਹਦੇ ਨਾਲ 2-4 ਬੰਦੇ ਹਨ, ਪਰ ਰਾਜਾ ਵੜਿੰਗ ਦੇ ਨਾਲ ਕੋਈ ਨਹੀਂ। ਉਹ ਪ੍ਰਧਾਨ ਸਿਰਫ ਪ੍ਰਧਾਨ ਜ਼ਰੂਰ ਆ, ਬਸ ਪ੍ਰਧਾਨ ਹੀ ਆ, ਬਾਕੀ ਕੋਈ ਗੱਲ ਵਿੱਚ ਪ੍ਰਧਾਨਗੀ ਵਾਲੀ ਹੈ ਨਹੀਂ। ਸੋ ਇਹਨਾਂ ਗੱਲਾਂ ਕਰਕੇ ਜੇ ਤੁਸੀਂ ਕਹੋ ਕਿ ਉਹ ਇਹਨਾਂ ਦੇ ਖਿਲਾਫ ਐਕਸ਼ਨ ਲੈ ਲਏਗਾ, ਉਹ ਐਕਸ਼ਨ ਲੈਣ ਤੋਂ ਪੂਰਨ ਤੌਰ ਤੇ ਅਸਮਰੱਥ ਆ। ਉਹ ਸ਼ਾਇਦ ਇੰਨਾ ਕਮਜ਼ੋਰ ਆ ਇਹਨਾਂ ਬੰਦਿਆਂ ਦੇ ਸਾਹਮਣੇ। ਇੱਕ ਤੇ ਨਵਾਂ ਹੋਣ ਕਰਕੇ, ਇੱਕ ਉਹਨਾਂ ਅਨੁਭਵ ਨਹੀਂ ਆ, ਤੇ ਦੂਜਾ ਉਸਦਾ ਕੋਈ ਧੜਾ ਨਹੀਂ ਆ। ਇਸ ਕਰਕੇ ਉਹ ਇਹਨਾਂ ਵਿਅਕਤੀਆਂ ਦੇ ਖਿਲਾਫ ਐਕਸ਼ਨ ਨਹੀਂ ਲੈ ਸਕਦਾ। ਸਿਰਫ ਸਟੇਜ ਤੇ ਉਹ ਜ਼ਰੂਰ ਬੋਲ ਸਕਦਾ, ਜਿਸ ਤਰ੍ਹਾਂ ਉਹਨਾਂ ਦੀ ਬਾਡੀ ਲੈਂਗੁਏਜ ਹੁੰਦੀ ਹੈ, ਜਿਸ ਤਰੀਕੇ ਦੀ ਉਹ ਗੱਲਬਾਤ ਕਰਦੇ ਨੇ ਉਸ ਤਰੀਕੇ ਨਾਲ ਬੋਲ ਜ਼ਰੂਰ ਸਕਦਾ। ਡਿਸਪਲਿਨ, ਡਾਇਲਾਗ, ਡੈਡੀਕੇਸ਼ਨ ਇਹਦੇ ਉੱਤੇ ਜ਼ਰੂਰ ਬੋਲ ਸਕਦੇ ਨੇ, ਵਧੀਆ ਕਹਿ ਸਕਦਾ, ਪਰ ਇਹਦੇ ਉੱਤੇ ਕਾਰਵਾਈ ਕਰਨ ਤੋਂ ਉਹ ਅਸਮਰੱਥ ਆ। ਤੇ ਅਸਮਰੱਥ ਕਿਉਂ ਆ ਇਹ ਮੈਂ ਤੁਹਾਨੂੰ ਦੱਸ ਹੀ ਦਿੱਤਾ। ਨਹੀਂ, ਪਰ ਦੂਸਰੇ ਚਲੋ ਇਹ ਤਾਂ ਅਸਮਰਥ ਨੇ ਜੀ। ਦੂਸਰੇ ਪਾਸੇ ਜੇਕਰ ਆਪਾਂ ਰਾਣਾ ਗੁਰਜੀਤ ਦੀ ਗੱਲ ਕਰੀਏ ਜਾਂ ਫਿਰ ਸੁਖਜਿੰਦਰ ਸਿੰਘ ਰੰਧਾਵਾ ਦੀ ਗੱਲ ਕਰੀਏ, ਆਖਰ ਕੀ ਕਾਰਨ ਨੇ ਵੀ ਉਹ ਆਪਣੇ ਆਪ ਨੂੰ ਜ਼ਿਆਦਾ ਸੀਨੀਅਰ ਸਮਝਦੇ ਨੇ, ਕਿ ਉਹ ਪ੍ਰਧਾਨ ਤੋਂ ਉੱਚਾ ਸਮਝਦੇ ਨੇ? ਕਿਉਂਕਿ ਪ੍ਰਧਾਨ ਦੇ ਬਾਅਦ ਬਾਰ-ਬਾਰ ਇਹ ਤਾਕੀਦ ਕਰਨ ਦੇ ਬਾਅਦ ਕਿ ਭਾਈ ਕਾਂਗਰਸ ਦੇ ਵਿੱਚ ਹੁਣ ਅਨੁਸ਼ਾਸਨਹੀਨਤਾ ਨਹੀਂ ਚੱਲੂਗੀ, ਭਾਵੇਂ ਰਾਜਾ ਵੜਿੰਗ ਵੀ ਅਨੁਸ਼ਾਸਨਹੀਨਤਾ ਕਿਉਂ ਨਾ ਕਰੇ ਉਹਦੇ ਵਿਰੁੱਧ ਵੀ ਕਾਰਵਾਈ ਹੋਏਗੀ। ਫਿਰ ਕੀ ਕਾਰਨ ਹੈ ਵੀ ਇਹ ਵੱਡੇ ਲੀਡਰ, ਆਪਾਂ ਵੱਡੀ ਕਹਾਂਗੇ ਜੀ, ਸੀਨੀਅਰ ਨੇ, ਕਿਉਂਕਿ ਸੀਨੀਅਰ ਲੀਡਰ ਆਖਰ ਰਾਜਾ ਵੜਿੰਗ ਦੇ ਨਾਲ ਹੁਕਮਾਂ ਦੀਆਂ ਧੱਜੀਆਂ ਕਿਉਂ ਉਡਾ ਰਹੇ ਨੇਗੇ? ਮੈਂ ਤਾਂ ਤੁਹਾਨੂੰ ਪਹਿਲਾਂ ਹੀ ਇਹ ਸਥਿਤੀ ਬਿਆਨ ਕੀਤੀ ਹੈ, ਕਿਉਂਕਿ ਇਹ ਵਿਅਕਤੀ ਆਪਣੇ ਆਪ ਨੂੰ ਉਸ ਸਥਿਤੀ ਦੇ ਸਮਝਦੇ ਨੇ ਕਿ ਇਸ ਵੇਲੇ ਪੰਜਾਬ ਦੇ ਵਿੱਚ ਖਾਸ ਤੌਰ ਤੇ ਕਾਂਗਰਸ ਦੇ ਅੰਦਰ ਉਹਨਾਂ ਦੇ ਪੱਧਰ ਦਾ ਕੋਈ ਲੀਡਰ ਨਹੀਂ ਹੈਗਾ, ਜਿਹੜਾ ਲੀਡਰ ਕਾਂਗਰਸ ਹਾਈਕਮਾਨ ਨੂੰ ਵੀ ਧੱਕਾ ਮਾਰ ਸਕਦਾ, ਰਾਜਾ ਵੜਿੰਗ ਨੂੰ ਵੀ ਮਾਰ ਸਕਦਾ। ਇਹ ਵਿਅਕਤੀ ਉਸ ਸੁਪਰ ਕੰਪਲੈਕਸ ਦਾ ਸ਼ਿਕਾਰ ਨੇ, ਜਿਸ ਸੁਪਰ ਕੰਪਲੈਕਸ ਦਾ ਸ਼ਿਕਾਰ ਇਸ ਸਮੇਂ ਕੈਪਟਨ ਅਮਰਿੰਦਰ ਸਿੰਘ ਹੋਣੀ ਹੁੰਦੀ ਸੀ ਕਿ ਮੈਂ ਸਮਝ ਲਓ ਕਾਂਗਰਸ ਆ। ਇਹੋ ਜਿਹੀ ਸਥਿਤੀ ਜਿਹੜੀ ਇਸ ਵੇਲੇ ਸੁਖਜਿੰਦਰ ਸਿੰਘ ਰੰਧਾਵਾ ਤੇ ਦੂਜੇ ਪਾਸੇ ਰਾਣਾ ਗੁਰਜੀਤ ਦੀ ਹੈ, ਕਿਉਂਕਿ ਉਹਨਾਂ ਨੂੰ ਇਸ ਤਰ੍ਹਾਂ ਲੱਗਦਾ ਕਿ ਅਸੀਂ ਰਾਣਾ ਗੁਰਜੀਤ ਦੇ ਤੇ ਡਾਇਲੌਗ ਜਿਹੜੇ ਜਾਂ ਬਾਡੀ ਲੈਂਗੁਏਜ ਤੁਸੀਂ ਦੇਖੋ, ਉਹਦਾ ਪਹਿਲਾਂ ਵੀ ਚੋਣਾਂ ਤੋਂ ਪਹਿਲਾਂ ਵੀ ਕਹਿੰਦੇ ਸੀ ਕਿ ਜਿੰਨੀ ਹਿੰਮਤ ਹੈਗੀ ਤੁਸੀਂ ਸਾਰੇ ਇਕੱਠੇ ਹੋ ਕੇ ਆ ਜਾਓ, ਮੈਂ ਤੁਹਾਨੂੰ ਫੇਰ ਵੀ ਜਿੱਤਣਾ। ਉਸ ਬੰਦੇ ਦਾ ਆਪਣਾ ਹੀ ਸੈਲਫ ਕੌਨਫੀਡੈਂਸ ਇਹਨਾਂ ਕਿ ਉਹ ਆਪਣੇ ਆਪ ਨੂੰ ਕਾਂਗਰਸ ਸਮਝਦਾ ਤੇ ਕਾਂਗਰਸ ਉਹਨੂੰ ਆਪਣਾ ਸਮਝਦੀ। ਮਤਲਬ ਇਹ ਆ ਉਸ ਰਾਣਾ ਗੁਰਜੀਤ ਦੀ ਸਥਿਤੀ। ਦੂਜੇ ਪਾਸੇ ਸੁਖਜਿੰਦਰ ਸਿੰਘ ਰੰਧਾਵਾ ਹੋਣੀ, ਉਹਨਾਂ ਦੇ ਉਹ ਗੱਲ ਜਦੋਂ ਸ਼ੁਰੂ ਕਰਨਗੇ ਆਪਣੇ ਪਿਤਾ ਜੀ ਤੋਂ ਸ਼ੁਰੂ ਕਰਨਗੇ ਕਿ ਮੇਰੇ ਪਿਤਾ ਜੀ ਨੇ 50 ਸਾਲ ਕਾਂਗਰਸ ਦੇ ਵਿੱਚ ਕੰਮ ਕੀਤਾ, ਤਾਂ ਉਹਨਾਂ ਨੂੰ ਬੜਾ ਮਾਣ ਹੈ ਆਪਣੇ ਪਿਤਾ ਤੇ, ਹੋਣਾ ਵੀ ਚਾਹੀਦਾ। ਹਰ ਬੰਦੇ ਨੂੰ ਆਪਣੇ ਪਿਤਾ ਤੇ ਮਾਣ ਹੋਣਾ ਚਾਹੀਦਾ। ਉਹਨਾਂ ਨੂੰ ਇਸ ਗੱਲ ਦਾ ਕਿ ਅਸੀਂ ਟਕਸਾਲੀ ਕਾਂਗਰਸੀ ਆ, ਸਾਨੂੰ ਸਭ ਕੁਝ ਬੋਲਣ ਦਾ ਹੱਕ ਹੈਗਾ, ਪਰ ਉਹ ਸ਼ਾਇਦ ਇਹ ਗੱਲ ਭੁੱਲ ਗਏ ਨੇ। ਇਹੋ ਜਿਹੇ ਟਕਸਾਲੀ ਕਾਂਗਰਸੀ ਸੁਨੀਲ ਜਾਖੜ ਵੀ ਸਨ ਜਿਹੜੇ ਜਾ ਕੇ ਅੱਜ ਭਾਜਪਾ ਦੇ ਪੱਲੇ 'ਚ ਬੈਠੇ ਨੇ। ਸੋ ਸਥਿਤੀਆਂ ਬਦਲਣ ਲੱਗਿਆ ਲਖਵਿੰਦਰ ਜੀ, ਟਾਈਮ ਨਹੀਂ ਲੱਗਦਾ। ਸਰ ਜੇ ਰਾਜਾ ਵੜਿੰਗ ਤੁਸੀਂ ਕਹਿ ਰਹੇ ਹੋ ਵੀ ਅਸਮਰਥ ਨੇਗੇ, ਸਮਰੱਥਾ ਨਹੀਂ ਹੈਗੀ ਉਹਨਾਂ ਖਿਲਾਫ ਬੋਲਣ ਦੀ ਜਾਂ ਕਾਰਵਾਈ ਕਰਨ ਦੀ, ਕਿ ਹਾਈ ਕਮਾਨ ਇਹਨਾਂ ਦੇ ਪਰ ਕੱਟਣ ਦੇ ਲਈ ਕੋਈ ਕਾਰਵਾਈ ਕਰ ਸਕਦੀ ਹੈ? ਕਿਉਂਕਿ ਹਾਈ ਕਮਾਨ ਦੇ ਵਿਰੁੱਧ ਵੀ ਤਾਂ ਬੜੇ ਤੇਜ਼ ਤਰੀਕੇ ਨਾਲ ਬੋਲੇ ਸੀ ਉਸ ਦਿਨ ਸੁਖਜਿੰਦਰ ਸਿੰਘ ਰੰਧਾਵਾ। ਨਹੀਂ, ਦੇਖੋ ਹਾਈ ਕਮਾਨ ਨੂੰ ਕੋਈ ਲੋੜ ਨਹੀਂ। ਹਾਈ ਕਮਾਨ ਤਾਂ ਹਮੇਸ਼ਾ ਇਹ ਚਾਹੇਗੀ ਕਿ ਪੰਜਾਬ ਦੇ ਵਿੱਚ ਕਾਂਗਰਸ ਦੇ 2-3 ਧੜੇ ਬਣੇ ਰਹਿਣ, ਤਾਂ ਜੋ ਆਪਸ ਦੇ ਵਿੱਚ ਲੜਦੇ ਰਹਿਣ ਤੇ ਹਾਈ ਕਮਾਨ ਨੂੰ ਕਿਤੇ ਉਹ ਕਮਜ਼ੋਰ ਨਾ ਕਰਨ। ਕਿਉਂਕਿ ਇਸ ਵੇਲੇ ਜਿਹੜੀ 18 ਵਿਧਾਇਕਾਂ ਦੇ ਵਿੱਚ ਵੀ ਕਈ ਧੜੇ ਨੇ। ਇਹਨਾਂ ਦੇ ਵਿੱਚ ਇੱਕ ਧੜਾ ਪ੍ਰਤਾਪ ਸਿੰਘ ਬਾਜਵਾ ਦਾ, ਜਿਹੜਾ ਸਾਰਿਆਂ ਦੀ ਅੱਖਾਂ 'ਚ, ਮਾਝਾ ਬ੍ਰਿਗੇਡ ਦੀਆਂ ਅੱਖਾਂ 'ਚ ਵੀ ਰੜਕਦੇ ਨੇ ਤੇ ਦੂਜਿਆਂ 'ਚ ਵੀ ਰੜਕਦੇ ਨੇ, ਕਿਉਂਕਿ ਜਿਹੜੇ ਵਿਰੋਧੀ ਧਿਰ ਦੇ ਨੇਤਾ ਬਣਨ ਦੀ ਜਿਹੜੀ ਸੀ ਗੱਲ ਵਾਰੀ, ਉਹਦੇ 'ਚ ਬੜਿਆ ਲੋਕਾਂ ਦੀ ਅੱਖ ਸੀ। ਸੁਖਜਿੰਦਰ ਰੰਧਾਵੇ ਦੀ ਵੀ ਸੀ ਤੇ ਤਰਜਿੰਦਰ ਬਾਜਵੇ ਦੀ ਵੀ ਸੀ, ਰਾਣਾ ਗੁਰਜੀਤ ਵੀ ਸੋਚਦੇ ਸੀ, ਪਰ ਜਿਹੜਾ ਉਹ ਵਾਰੀ ਜਿਹੜੀ ਆਈ ਉਹ ਫਤਿਹ ਮਾਫ ਕਰਦਾ ਪ੍ਰਤਾਪ ਸਿੰਘ ਬਾਜਵਾ ਦੀ ਆਈ। ਸੋ ਕਾਂਗਰਸ ਹਾਈਕਮਾਨ ਕਦੇ ਨਹੀਂ ਚਾਹੇਗੀ ਕਿ ਇਹਨਾਂ ਦੇ ਪਰ ਕੱਟੇ ਜਾਣ। ਉਹ ਚਾਹੁੰਗੇ ਕਿ ਆਪਸ ਦੇ ਵਿੱਚ ਹੀ ਲੜਦੇ ਰਹਿਣ, ਤਾਂ ਜੋ ਉਹ ਜਿਹੜੇ ਨੇ ਉੱਪਰ ਉਹ ਸੇਫ ਰਹਿਣ। ਤਾਂ ਕੋਈ ਵੀ ਹਾਈਕਮਾਨ ਜਿਹੜੀ ਹੁੰਦੀ ਹੈ ਕਿਸੇ ਵੀ ਰਾਜ ਦੇ ਵਿੱਚ ਕਿਸੇ ਇੱਕ ਵਿਅਕਤੀ ਨੂੰ ਇੰਨਾ ਸ਼ਕਤੀਸ਼ਾਲੀ ਨਹੀਂ ਹੋਣ ਦੇਣਾ ਚਾਹੁੰਦੀ ਕਿ ਕੱਲ ਨੂੰ ਉਹੀ ਉਹਨਾਂ ਨੂੰ ਅੱਖਾਂ ਕੱਢ ਕੇ ਵਿਖਾਏ। ਹਾਈਕਮਾਨ ਕਦੇ ਵੀ ਇਹਨਾਂ ਦੇ ਪਰ ਨਹੀਂ ਕੱਟੇਗੀ, ਪਰ ਹਾਂ ਇਹਨਾਂ ਦੇ ਮੁਕਾਬਲੇ ਹੋਰ ਇੱਕ ਦੂਜਾ ਤੀਜਾ ਜਿਹੜਾ ਧੜਾ ਆ ਉਹ ਤਿਆਰ ਕਰਵਾ ਦੇਗੀ, ਜਿਸ ਤਰੀਕੇ ਨਾਲ ਉਹਨਾਂ ਨੇ ਰਾਜਾ ਵੜਿੰਗ ਨੂੰ ਖੜਾ ਕੀਤਾ। ਅਜੇ ਰਾਜਾ ਵੜਿੰਗ ਮੁੱਢਲੇ ਦੌਰ 'ਚ ਆ,
ਅਜੇ ਬਾਲਪਨ ਬਚਪਨ 'ਚ ਨੇ, ਅਜੇ ਉਹਨਾਂ ਨੇ ਜਵਾਨੀ ਮਾਨਣੀ ਹੈ, ਖਾਸ ਤੌਰ ਤੇ ਪ੍ਰਧਾਨਗੀ ਦੇ ਵਿੱਚ, ਤਾਂ ਅਜੇ ਕਾਂਗਰਸ ਹਾਈਕਮਾਨ ਉਹਨਾਂ ਨੂੰ ਸ਼ਾਇਦ ਦੇਵੇਗੀ ਕਿ ਤੁਸੀਂ ਇਸ ਤਰ੍ਹਾਂ ਕਰੋ ਜੀ। ਸੋ ਬਹੁਤ ਬਹੁਤ ਧੰਨਵਾਦ ਸੋਣਕੀ ਸਾਹਿਬ, ਤੁਸੀਂ ਸਾਡੇ ਇਸ ਪ੍ਰੋਗਰਾਮ ਵਿੱਚ ਵਿਚਾਰ ਚਰਚਾ ਕਰਨ ਲਈ ਜੁੜੇ ਰਹੋ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਸ਼ੁਕਰੀਆ ਜੀ। ਸੋ ਇਹ ਸਨ ਪ੍ਰੋਫੈਸਰ ਮਨਜੀਤ ਸਿੰਘ ਅਣਖੀ, ਜਿਨ੍ਹਾਂ ਵੱਲੋਂ ਇਹਨਾਂ ਅਹਿਮ ਖਬਰਾਂ ਦੇ ਉੱਪਰ ਵਿਸਥਾਰ ਦੇ ਨਾਲ ਚਰਚਾ ਕੀਤੀ ਗਈ ਹੈ। ਤੁਹਾਨੂੰ ਇਹ ਚਰਚਾ ਕਿਵੇਂ ਲੱਗੀ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ। ਅਗਲੇ ਪ੍ਰੋਗਰਾਮ ਦੇ ਵਿੱਚ ਫਿਰ ਤੋਂ ਇਕੱਠੇ ਹੋਵਾਂਗੇ, ਕੁਝ ਕਰਾਂਗੇ ਹੋਰ ਖਬਰਾਂ ਦੇ ਉੱਪਰ ਵਿਚਾਰ ਚਰਚਾ। ਉਦੋਂ ਤੱਕ ਸਾਨੂੰ ਦਿਓ ਇਜਾਜ਼ਤ। ਧੰਨਵਾਦ।